ਤੇ ਉਸ ਤੋਂ ਪਹਿਲਾਂ ਸਾਰੇ ਜਿੰਨੇ ਮਾਤਾ ਭੈਣਾਂ ਬੀਬੀਆਂ ਬੱਚੇ ਬਜ਼ੁਰਗ ਜਵਾਨ ਸਭ ਦੇ ਅੱਗੇ ਪਿਆਰ ਭਰੀ ਪ੍ਰਣਾਮ ਮਨਜ਼ੂਰ ਹੋਵੇ। ਹੁਣ ਗੁਰੂ ਜੀ ਆਵਾਜ਼ ਦਾ ਕਰੋ ਸਤਿਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪੰਡਿਤ ਬਿਰਜ ਲਾਲ ਧੌਲਾ ਸ਼ਿਰੋਮਣੀ ਕਵੀਸ਼ਰ ਆਪਦੇ ਅੱਗੇ ਪੇਸ਼ ਕਰਨ ਲੱਗਿਆ ਸਤੀ ਅਣਸੂਆ। ਸਤੀ ਅਣਸੂਆ ਦੇ ਨਾਲ ਪਰੰਪਰਾ ਇੱਕ ਮੈਂ ਇਹਦੇ 'ਚ ਬੇਨਤੀ ਕਰਦਾ ਸਾਰੇ ਸਰੋਤਿਆਂ ਨੂੰ ਬੀਬੀਆਂ ਭੈਣਾਂ ਨੂੰ ਵੀ ਜਿਹੜੀ ਇਹ ਮੇਰੀ ਕਥਾ ਮੈਂ ਕਰੂੰਗਾ ਅੱਜ ਇਸ ਨੂੰ ਗੌਰ ਨਾਲ ਸੁਣਨਾ। ਇਹ ਸਭ ਦੇ ਕੰਮ ਵਾਲੀ ਕਥਾ ਹੈ, ਸਭ ਦੇ ਪੱਲੇ ਕੁਛ ਨਾ ਕੁਛ ਪਾਉਣ ਵਾਲੀ ਹੈ, ਪਰ ਬੀਬੀਆਂ ਭੈਣਾਂ ਵਾਸਤੇ ਤਾਂ ਜਮਾਂ ਜ਼ਰੂਰੀ ਹੈ। ਉਹ ਆਪਦੇ ਕੰਨ ਖੋਲ੍ਹ ਕੇ ਸੁਣ ਲੈਣ। ਬੁੜੀਆਂ ਮਾਈਆਂ ਦੇ ਤਾਂ ਹੁਣ ਤਾਂ ਵਿਚਾਰੀਆਂ ਮੰਜੀ 'ਚ ਹੀ ਬੈਠੀਆਂ ਨੇ, ਪਰ ਜਿਹੜੀਆਂ ਜਵਾਨ ਬੀਬੀਆਂ ਨੇ ਜਾਂ ਬਾਲਕ ਬੀਬੀਆਂ ਨੇ ਉਹਨਾਂ ਦੇ ਖਾਤਰ ਇਹ ਬਹੁਤ ਲਾਭਦਾਇਕ ਗੱਲ ਆਊਗੀ। ਇਹਨੂੰ ਗੌਰ ਨਾਲ ਸੁਣਨਾ ਵੀ ਅਤਰੀ ਰਿਸ਼ੀ ਦੇ ਘਰੋਂ ਸਤੀ ਅਣਸੂਆ ਉਹ ਮੈਂ ਤੁਹਾਡੇ ਹਾਜ਼ਰ ਕਰਨੀ ਹੈ। ਤੁਹਾਨੂੰ ਮਾਈਆਂ ਨੂੰ ਬੀਬੀਆਂ ਭੈਣਾਂ ਨੂੰ ਮੈਂ ਤੁਹਾਡੀ ਤਾਕਤ ਦੱਸਣੀ ਹੈ ਵੀ ਤੁਹਾਡੀ ਤਾਕਤ ਕਿੱਥੇ ਤੱਕ ਹੈ ਔਰ ਕੀ ਤੁਸੀਂ ਦੁਨੀਆ 'ਚ ਕਰ ਸਕਦੇ ਹੋ ਜੇ ਉਸ ਆਪ ਦੀ ਤਾਕਤ ਨੂੰ ਤੁਸੀਂ ਸੰਭਾਲ ਕੇ ਚੱਲੋ। ਉਸ ਤਾਕਤ ਦੀ ਕੀਮਤ ਕੋਈ ਨਹੀਂ ਹੈ। ਇਹ ਬੇਨਤੀ ਜ਼ਰੂਰ ਹੈ ਵੀ ਜਿਹੜੀ ਭੈਣ ਕੋਈ ਬੀਬੀ ਮਾਤਾ ਭੈਣ ਸੁਣੂਗੀ ਉਹ ਮੈਨੂੰ ਸ਼ਾਬਾਸ਼ੀ ਦੇਊਗੀ ਕਿ ਵਾਕਈ ਠੀਕ ਹੈ। ਅੱਜ ਮੈਂ ਦੱਸਣਾ ਇਹਦੇ 'ਚ ਸੱਚ ਹੀ ਹੈ, ਪਰ ਤੁਹਾਡੇ ਦਿਮਾਗ ਸਾਡੀਆਂ ਪਾਰਟੀਆਂ ਨੇ ਖਰਾਬ ਕਰਤੇ। ਕੋਈ ਕਿਧਰੇ ਖਿੱਚੀ ਫਿਰਦਾ ਹੈ, ਕੋਈ ਕਿਧਰੇ ਖਿੱਚੀ ਫਿਰਦਾ। ਉਹ ਆਪੋ ਆਪਦੇ ਪੰਥ ਦੇ ਢੱਪ ਕਰਦੇ ਨੇ। ਉਹ ਮੈਂ ਇੱਕ ਸ਼ੇਰ ਵੀ ਲਿਖਿਆ, ਉਹ ਵੀ ਸੁਣ ਲਓ ਪਹਿਲਾਂ, ਤੁਹਾਨੂੰ ਉਹ ਵੀ ਸੁਣਾ ਦਿੰਦਾ। ਜਿੱਧਰ ਵੇਖੀਏ ਨਿਗਾਹ ਵਾਰ ਕੇ ਤੇ ਦਿਸੇ ਚਾਰ ਚਫੇਰਿਓਂ ਜੱਬ ਹੋਇਆ। ਇੱਕ ਦੂਜੇ ਨੂੰ ਨਹੀਂ ਪਸੰਦ ਮੰਨਦਾ ਤੇ ਆਪੋ ਆਪਣੇ ਪੰਥ ਦਾ ਢੱਬ ਹੋਇਆ। ਦੂਜਾ ਦੂਜੇ ਨੂੰ ਖਿੱਚਦਾ ਜ਼ੋਰ ਪਾ ਕੇ, ਖਿੱਚੋ ਤਾਣੀ ਦਾ ਹੀ ਸਾਰਾ ਕਰਤੱਵ ਹੋਇਆ। ਬਿਰਜ ਲਾ ਲੈ ਜਿਹੋ ਜੀ ਹੋਈ ਦੁਨੀਆ, ਦੇਖ ਦੇਖ ਕੇ ਉਹ ਹੈ ਜਿਹਾ ਰੱਬ ਹੋਇਆ। ਅੱਜ ਸਾਡੇ ਪਾਰਟੀਆਂ ਨੇ, ਸਾਡੇ ਸਰਕਾਰਾਂ ਨੇ ਸਾਡੇ ਦਿਮਾਗਾਂ ਦੇ ਵਿੱਚ ਪਾਤਾ ਫਰਕ। ਸਾਨੂੰ ਆਪਾ ਭੁਲਾਤਾ ਉਹਨਾਂ ਨੇ। ਅਸੀਂ ਆਪਦੇ ਵਿੱਚ ਨਹੀਂ ਹਾਂ। ਅਸੀਂ ਦੋ ਪੀੜ੍ਹੀਆਂ ਨਹੀਂ ਗਿਣ ਸਕਦੇ, ਤੀਜੀ ਦਾ ਮਤਲਬ ਵੀ ਕਿਤੇ ਹੋਰ ਗਿਆ। ਪਰ ਤੁਸੀਂ ਹੁਣ ਧਿਆਨ ਦੇ ਕੇ ਸੁਣਨਾ। ਮੈਂ ਸ਼ੁਰੂ ਕਰਨ ਲੱਗਿਆ ਤਿੰਨੇ ਦੇਵਤਿਆਂ ਤੋਂ, ਬ੍ਰਹਮਾ ਵਿਸ਼ਨੂੰ ਸ਼ਿਵ ਤੋਂ। ਇੱਥੋਂ ਕਹਾਣੀ ਸ਼ੁਰੂ ਕਰਨ ਲੱਗਿਆ ਵੀ ਨਿਮੇੜੂ ਦੇਖੋ ਕਿੱਥੇ ਕੁ ਜਾ ਕੇ। ਅਤੇ ਇੱਕ ਦਿਨ ਮਾਤਾ ਲਕਸ਼ਮੀ ਕਹਿਣ ਲੱਗੀ ਵਿਸ਼ਨੂੰ ਭਗਵਾਨ ਨੂੰ, ਕਹਿੰਦੀ ਮਹਾਰਾਜ ਮੈਨੂੰ ਤਾਂ ਦਾਲ ਦੀ ਟੋਕਣੀ 'ਚ ਕਾਹੀਂ ਰੱਖਦੇ ਹੋ, ਤੁਸੀਂ ਟੋਕਰਾ ਰੋਟੀਆਂ ਦਾ ਚੱਕੀ ਫਿਰਦੇ ਹੋ ਅਤੇ ਦਿਨੇ ਰਾਤ ਤੋਰੀ ਫਿਰਦੇ ਹੋ। ਆਜਾ ਦੇਵੀ ਇੱਧਰ ਚੱਲੀਏ, ਆਜਾ ਦੇਵੀ ਇੱਧਰ ਚੱਲੀਏ। ਨਾ ਖੜਨ ਨੂੰ ਥਾਂ, ਨਾ ਬੈਠਣ ਨੂੰ ਥਾਂ, ਨਾ ਕਿਤੇ ਆਰਾਮ ਕਰਨ ਨੂੰ ਥਾਂ। ਅਤੇ ਆਹ ਜਿਹੜੀ ਆਪਣੀ ਬਣਾਈ ਹੋਈ ਦੁਨੀਆ ਇਹ ਦੇਖੋ ਕਿਹੋ ਜਿਹੇ ਹਾਲ ਕਰਦੀ ਹੈ। ਕੋਈ ਨੱਚਦਾ ਹੈ, ਕੋਈ ਭੰਗੜਾ ਪਾਉਂਦਾ ਹੈ, ਕੋਈ ਗੀਤ ਗਾਉਂਦਾ ਹੈ, ਕੋਈ ਬੋਲੀਆਂ ਪਾਉਂਦਾ ਹੈ। ਇਹ ਨਾਨਾ ਪ੍ਰਕਾਰ ਦੀਆਂ ਖੇਲਾਂ ਕਰਦੇ ਨੇ ਅਤੇ ਆਪਣੇ ਵਾਰੀ ਇਹ ਖੇਲ ਹਣੀ ਨਹੀਂ ਕਿਤੇ। ਉਹ ਕਹਿੰਦਾ ਦੇਵੀ ਹਣ ਤਾਂ ਸਹੀ, ਪਰ ਹਿੰਮਤ ਕਰਨੀ ਪਊ। ਕਹਿੰਦੀ ਫਿਰ ਇੱਦੋਂ ਪਿੱਛੋਂ ਕਰੇਂਗਾ, ਮੇਰੀਆਂ ਤਾਂ ਪੱਖੀਆਂ ਚੜਾਈਆਂ ਪਈਆਂ ਨੇ, ਟਿਕਣੀ ਨਹੀਂ ਦਿੰਦਾ। ਚੱਲ ਕਹਿੰਦਾ ਫਿਰ ਆਪਾਂ ਹੁਣ ਸ਼ਿਵ ਜੀ ਕੋਲ ਚੱਲਦੇ ਹਾਂ। ਕਹਿੰਦੀ ਚੱਲ ਸ਼ਿਵ ਜੀ ਕੋਲ ਵਗ ਚੱਲ। ਸ਼ਿਵ ਜੀ ਕੋਲ ਆ ਗਏ। ਸ਼ਿਵ ਜੀ ਕੋਲ ਭਗਵਾਨ ਤਾਂ ਸ਼ਿਵ ਜੀ ਕੋਲ ਬੈਠ ਗਏ। ਉਹ ਮਾਤਾ ਕੋਲ ਚਲੀ ਗਈ ਪਾਰਵਤੀ ਕੋਲ। ਉਹ ਕਹਿੰਦੀ ਭੈਣੇ ਕਿਵੇਂ ਗੇੜਾ ਮਾਰਿਆ? ਉਹ ਕਹਿੰਦੀ ਗੇੜਾ ਕਾਹਦਾ ਮਾਰਿਆ, ਮੈਂ ਤਾਂ ਆਪਦੇ ਵਾਲੇ ਨੂੰ ਸਿਖਾ ਕੇ ਲੈ ਕੇ ਆਈ ਹਾਂ। ਕੀ ਵੀ ਤੂੰ ਦਿਨ ਰਾਤ ਮੈਨੂੰ ਤੋਰੀ ਫਿਰਦਾ, ਦਾਲ ਦਾ ਪਤੀਲਾ ਦੇ ਕੇ ਤੂੰ ਰੋਟੀਆਂ ਦਾ ਟੋਕਰਾ ਚੱਕ ਲੈਂਦਾ ਅਤੇ ਆਪਾਂ ਸਾਰੇ ਐਸੇ ਕੰਮ ਜੋਗ ਨਹੀਂ। ਆਪਣੀ ਬਣਾਈ ਦੁਨੀਆ ਦੇਖੋ ਕੀ ਐਸ਼ਾਂ ਕਰਦੀ ਹੈ। ਉਹ ਕਹਿੰਦੀ ਗੱਲ ਤਾਂ ਪੱਕੀ ਹੈ। ਕਹਿੰਦੀ ਫਿਰ ਭੈਣੇ ਤੂੰ ਵੀ ਆਪਦੇ ਗੱਲ ਪਾ ਜਾ। ਆਪਣੇ ਖਾਤਰੇ ਖੇਲਾਂ ਮੁੱਕ ਗਈਆਂ, ਆਪਾਂ ਨੂੰ ਵੀ ਕਰਨੀਆਂ ਚਾਹੀਦੀਆਂ ਨੇ। ਉਹ ਸ਼ਿਵਾ ਨੇ ਗੱਲ ਪੈ ਗਈ। ਕਹਿੰਦੀ ਮਹਾਰਾਜ ਸੁਣੋ, ਚੱਲ ਦੇਵੀ ਉੱਥੇ ਚੱਲੀਏ ਫਲਾਨਾ ਮਾਰਨਾ ਹੈ, ਚੱਲ ਦੇਵੀ ਉੱਥੇ ਚੱਲੀਏ ਫਲਾਨਾ ਮਾਰਨਾ ਹੈ। ਕਹਿੰਦੀ ਤੇਰੇ ਕੋਲ ਬਿਨਾਂ ਮਾਰਨ ਤੋਂ ਕੋਈ ਕੰਮ ਹੀ ਨਹੀਂ ਹੋ ਰਿਹਾ, ਤੂੰ ਦਿਨ ਰਾਤ ਇਹੀ ਕੰਮ ਕਰਦਾ। ਕਹਿੰਦਾ ਜਦੋਂ ਮੈਂ ਕਾਲ ਰੂਪ ਹਾਂ ਸ੍ਰਿਸ਼ਟੀ ਦਾ, ਜਿੱਥੇ ਮੈਨੂੰ ਹੁਕਮ ਹੁੰਦਾ ਮੈਂ ਉੱਥੇ ਹੀ ਜਾਂਦਾ, ਉਸੇ ਦਾ ਕੰਮ ਕਰ ਦਿੰਦਾ। ਉਹ ਕਹਿੰਦੀ ਫਿਰ ਆ ਜਿਹੜੀ ਆਪਣੀ ਦੁਨੀਆ ਤਾਂ ਕਿੰਨੇ ਕਿੰਨੇ ਖੇਲ ਕਰਦੀ ਹੈ। ਆਪਣੇ ਲਈ ਖੇਲ ਮੁੱਕੇ ਹੋਏ ਨੇ,
ਕਿ ਤੁਸੀਂ ਕਰਨਾ ਹੀ ਨਹੀਂ ਜਾਣਦੇ, ਇਹਨਾਂ ਨੂੰ ਸਿਖਾਉਣ ਵਾਲਾ ਕੌਣ ਹੈ? ਕਹਿੰਦਾ ਇਹਨਾਂ ਨੂੰ ਸਿਖਾਉਣ ਵਾਲੇ ਤਾਂ ਅਸੀਂ ਹੋਈ ਹਾਂ। ਫਿਰ ਕਹਿੰਦੀ ਤੁਸੀਂ ਕਦੇ ਸਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਕਰੀ। ਚਲੋ ਕਹਿੰਦਾ ਫਿਰ ਅੱਜ ਫਿਰ ਆਪਾਂ ਵੀ ਚੱਲਦੇ ਨਾਲ ਹੀ। ਕਿੱਥੇ ਚੱਲੀਏ ਜੀ? ਕਹਿੰਦੇ ਬਰਮ ਲੋਕ 'ਚ ਚੱਲੋ। ਬਰਮ ਲੋਕ ਦੇ ਵਿੱਚ ਪਹੁੰਚ ਗਏ। ਕਿਸੇ ਰੋਜ਼ ਤ੍ਰਿਦੇਵ ਦੀ ਸਭਾ ਹੋਈ, ਬਰਮ ਲੋਕ ਦੇ ਵਿੱਚ ਪਧਾਰੇ ਵੇ ਸਨ। ਤਿੰਨੇ ਦੇਵੀਆਂ ਸਾਥ ਮੌਜੂਦ ਹੈ ਸੀ, ਸਹੀ ਰੂਪ ਸੁਹਾਵਣੇ ਧਾਰੇ ਵੇ ਸਨ। ਛੀਏ ਆਪਣੇ ਮੜਕ ਮਿਜਾਜ ਵਿੱਚ ਪੂਰੇ, ਦਿਲੋਂ ਆਪਣੇ ਕੰਮ ਬਸਾਰੇ ਵੇ ਸਨ। ਰਚਨਹਾਰ ਉੱਥੇ ਨਾਰਦ ਆਨ ਪਹੁੰਚੇ, ਰਚਨਹਾਰ ਦੇ ਖੇਲ ਨਿਹਾਰੇ ਵੇ ਸਨ। ਨਾਰਦ ਪਹੁੰਚਿਆ ਜਦੋਂ ਲੱਗੇ ਨੱਚਣ ਪੰਡਾਲ ਦੇ ਵਿੱਚ ਤਿੰਨੇ ਦੇਵ ਤਿੰਨੇ ਦੇਵੀਆਂ ਫਿਰਦੇ, ਕਦੇ ਗੀਤ ਗਾਉਂਦੇ, ਭੰਗੜੇ ਪਾਉਂਦੇ, ਗਿੱਧੇ ਪਾਉਂਦੇ ਆ। ਉੱਤੋਂ ਉਤਰਿਆ ਵਿਚੋਲਾ ਨਾਰਦ, ਆ ਕੇ ਕਹਿੰਦਾ ਜੈ ਨਾਰਾਇਣ ਜੈ ਨਾਰਾਇਣ। ਠੀਕ ਆ ਖੇਲ ਤਾਂ ਕਹਿੰਦਾ ਅੱਜ ਹੀ ਦੇਖਿਆ ਤੁਹਾਡਾ, ਅੱਜ ਨਹੀਂ ਤਾਂ ਤੁਸੀਂ ਇਹ ਕਿਤੇ ਰਚਨਾ ਹੀ ਨਹੀਂ ਕਰੀ। ਛੀਆਂ ਵਿੱਚ ਮਾਨ ਮੋਹ ਨਾਰਦ ਉਸ ਖੁਸ਼ੀ ਨਾਲ ਬੈਠ ਜਾਂਦੇ। ਛੀਏ ਰੂਹਾਂ ਵਿੱਚ ਮਾਨ ਮੋਹ ਦੇਖ ਕੇ ਖੁਸ਼ੀ ਹੋ ਗਏ ਢਿੱਡ ਵੀ ਬੜੀ ਆਤਮਾ ਖੁਸ਼ੀ ਹੈ ਵੀ ਇਹਨਾਂ ਵਿੱਚ ਸਾਰੀ ਮਾਨ ਹੈ। ਰਚਨਹਾਰ ਦੇ ਖੇਲ ਐਸੇ ਰਚੇ ਹੋਏ ਨੇ। ਇਹ ਸੋਚਦਿਆਂ ਨਾਰਦ ਜੀ ਜਦੋਂ ਬੈਠ ਕੇ ਤਿੰਨੇ ਦੇਵਤਾ ਸੋਚਦੇ ਨੇ ਵੀ ਹੁਣ ਆਪਾਂ ਨਾਰਦ ਨੇ ਆ ਗਿਆ ਆਪਣੇ 'ਤੇ ਨੱਚਦੇ ਤੇ ਇਹਨੇ ਆਪਾਂ ਕਰਤੇ ਸ਼ਰਮਿੰਦੇ ਵੀ ਤੁਸੀਂ ਦੁਨੀਆ ਨਚਾਉਣ ਵਾਲੇ, ਤੁਸੀਂ ਅੱਜ ਆਪ ਹੀ ਗਿੱਧੇ ਪਾਈਆਂ ਨੇ, ਤੁਸੀਂ ਤਾਂ ਦੁਨੀਆ ਤੋਂ ਗਿੱਧੇ ਪਵਾਉਣੇ ਤੇ। ਰਚਨਹਾਰ ਦੇ ਖੇਲ ਨਿਹਾਰੇ ਵੇ ਸਨ। ਉਹ ਦੇਖ ਕੇ ਕਹਿੰਦਾ ਅੱਜ ਮੈਂ ਤਾਂ ਬਹੁਤ ਖੁਸ਼ ਹੋਇਆ, ਪਰ ਗਈ ਵਰਤ ਕੇ ਜੋ ਵਰਤਮਾਨ ਵੇਖੀ, ਕਹਿੰਦਾ ਅੱਜ ਮੈਂ ਵਰਤਮਾਨ ਉਹ ਦੇਖੀ ਹੈ ਜਿਹੜੀ ਕਿਤੇ ਵਰਤੀ ਨਾ। ਤੇ ਪਰ ਅੱਛਾ ਬਹੁਤ ਖੁਸ਼ੀ ਦੀ ਗੱਲ ਹੈ। ਉਹ ਜਦੋਂ ਉਹਨਾਂ ਨੂੰ ਇਹ ਤਰਾਨੇ ਜੇ ਦਿੱਤੇ ਤਾਂ ਉਹ ਤਿੰਨੇ ਸ਼ਰਮਿੰਦੇ ਹੋ ਗਏ। ਦੇਵੀਆਂ ਵੀ ਨੀਵੀਂ ਪਾ ਕੇ ਬਹਿ ਗਈਆਂ, ਦੇਵਤੇ ਵੀ। ਉਹ ਕਹਿੰਦੇ ਹੁਣ ਗੱਲ ਟਾਲਣ ਦੇ ਮਾਰੇ ਕਹਿੰਦੇ ਰਿਸ਼ੀ ਰਾਜ, ਹਾਂ ਮਹਾਰਾਜ, ਆਹ ਤੁਹਾਡੇ ਚਰਨਾਂ 'ਤੇ ਧੂੜ ਪਈ ਹੈ, ਸਾਨੂੰ ਐਂ ਲੱਗਦਾ ਜਿਵੇਂ ਮਾਤ ਲੋਕ ਦੇ ਵਿੱਚੋਂ ਆਏ ਹੁੰਦੇ ਹੋ। ਕਹਿੰਦਾ ਹਾਂ ਜਮਾ ਉੱਥੋਂ ਹੀ ਆਇਆ। ਫਿਰ ਸਾਨੂੰ ਕੋਈ ਮਾਤ ਲੋਕ ਦੀ ਗੱਲ ਸੁਣਾਓ। ਕਹਿੰਦਾ ਮਾਤ ਲੋਕ ਦੀ? ਹਾਂ। ਕਹਿੰਦਾ ਮੇਰਾ ਵੀ ਚਿੱਤ ਕਰਦਾ ਤੇ ਵੀ ਸੁਣਾ ਕੇ ਜਾਈਏ। ਲਓ, ਤਿੰਨੇ ਦੇਵਤਾ ਰਿਸ਼ੀ ਨੂੰ ਪੁੱਛਦੇ ਨੇ ਮਾਤ ਲੋਕ ਦਾ ਕਹੋ ਹਵਾਲ ਕੋਈ। ਅੱਗੋਂ ਰਿਸ਼ੀ ਨੇ ਸੋਚਿਆ ਚਿੱਤ ਅੰਦਰ, ਲਓ ਹੁਣ ਦੱਸੀਏ ਖੇਲ ਕੇ ਚਾਲ ਕੋਈ। ਪਤੀ ਵਰਤਾ ਅਨਸੂਆ ਦੇ ਜੈੜ ਸ਼ਕਤੀ, ਨਹੀਂ ਦੇਖੀਏ ਜਿਸ ਦੀ ਦੇਖੀਏ ਭਾਲ ਕੋਈ। ਬਰਮ ਲੋਕ ਸ਼ਿਵ ਲੋਕ ਵੈਕੁੰਠ ਲੋਕ, ਉਹਦੇ ਨਹੀਂ ਮੁਕਾਬਲੇ ਨਾਲ ਕੋਈ। ਇਹ ਹੱਦ ਹੈ। ਰਚਨਹਾਰ ਵੇਖੀ ਅੱਜ ਸੰਸਾਰ ਉੱਤੇ ਐਸੀ ਦੇਖੀ, ਐਸੀ ਹੋਣੀ ਨਾ ਹੋਈ ਸੰਸਾਰ ਉੱਤੇ। ਐਸੀ ਨਾ ਤਾਂ ਮੈਂ ਦੇਖੀ ਅੱਜ ਨਹੀਂ ਅਤੇ ਨਾ ਹੀ ਦੇਖਣੀ ਹੈ ਮੁੜ ਕੇ ਵੀ ਐਡੀ ਉਹ ਦੇਵੀ ਦਾ ਪਰਉਪਕਾਰ ਪੱਲੇ ਹੈ। ਅੱਜ ਦਿਨ 16ਵੇਂ ਹਿੱਸਿਆਂ ਦੀ ਮਾਲਕ ਉਹ ਹੈ। 15 ਹਿੱਸਿਆਂ ਵਿੱਚ ਅੱਜ ਉਸ ਦੇ ਧਰਮਾਮਾਨ ਉੱਤੇ ਜਿਹੜਾ ਉਹਦਾ ਧਰਮਾਮਾਨ ਮੈਂ ਦੇਖਿਆ ਵੀ ਐਸਾ ਧਰਮ ਨਹੀਂ। ਕਹਿਣ ਲੱਗਿਆ ਮੈਂ ਸਾਰੇ ਫਿਰ ਲਿਆ ਤਰਲੋਕੀ ਤੇ ਮੈਂ ਛੱਡਿਆ ਕੋਈ ਕੋਣਾ ਨਹੀਂ। ਸਾਰੇ ਭਾਲ ਕੇ ਹਾਰ ਗਿਆ, ਪਰ ਉਹਦੇ ਮੁਕਾਬਲੇ ਮੈਨੂੰ ਦਿਸੀ ਨਹੀਂ ਕੋਈ। ਆਹ ਮਾਤਾ ਵੀ ਖੜੀਆਂ ਨੇ, ਤਿੰਨਾਂ ਦੇਵੀਆਂ ਬੰਨੀ ਹੱਥ ਕਰਕੇ ਕਹਿੰਦਾ ਆਹ ਮਾਤਾ ਵੀ ਖੜੀਆਂ ਨੇ। ਇਦੋਂ ਉੱਤੇ ਪੈਣ ਭਲੇਖੇ ਰੂਪਵਾਨ ਬਹੁਤ ਦੇਖੇ ਮੈਂ ਦੁਨੀਆ 'ਚ, ਬੜੇ ਬੜੇ ਰੂਪਵਾਨ ਦੇਖ ਲਏ, ਪਰ ਇਹਨਾਂ ਨੂੰ ਵੀ ਘਮੰਡ ਹੈ ਕੋਈ ਵੀ ਸਾਡੇ ਵਰਗੀ ਹੈ ਨਹੀਂ। ਪਰ ਇਹ ਕਹਿੰਦਾ ਉਹਦੇ ਧੂੜ ਚਰਨਾਂ ਦੀ ਧੂੜ ਵਰਗੀਆਂ ਨਹੀਂ। ਕਰਤਿਆਂ ਫੱਟਣ ਮਾਰੀ ਕਾਲਜੇ ਕਟਾਰੀ, ਨੀਵੀਂ ਪੈ ਗਈ ਤਿੰਨੇ ਹੁਣ ਆਪੋ ਵੀ ਜਿਹੜੀ ਨੇਤਰ ਮਿਲਾ ਲੈ ਬੈਠੀਆਂ ਝਾਕਦੀਆਂ ਨੇ। ਨਾਰਦ ਨਹੀਂ ਕਹਿ ਕੇ ਕੱਥ ਕੇ ਤੁਰ ਗਿਆ। ਨਾਰਾਇਣ ਨਾਰਾਇਣ ਕਰਦਾ ਤੁਰ ਗਿਆ। ਲਓ ਜੀ ਮੈਂ ਤਾਂ ਦੱਸ ਚੱਲਿਆ, ਫਿਰ ਹੁਣ ਅੱਗੇ ਤੁਹਾਡੀ ਮਰਜ਼ੀ ਹੈ। ਹੁਣ ਉਹ ਤਿੰਨੇ ਦੇਵੀਆਂ ਸ਼ਰਮਸ਼ਾਰ ਕਰਕੇ ਤੁਰ ਗਿਆ। ਤਿੰਨੇ ਆਪਸ ਵਿੱਚ ਗੱਲਾਂ ਕਰਦੀਆਂ ਨੇ, ਭੈਣੋ ਹੁਣ ਕੀ ਹੋਣਾ ਚਾਹੀਦਾ ਹੈ। ਆਖਿਰਕਾਰ ਫਿਰ ਤੈਨੂੰ ਨੂੰ ਲੱਗੀਆਂ ਕਹਿਣ ਤੈਨੂੰ ਜਾਓ ਸੱਚ ਮੰਨੀਏ ਜਰਾ ਨਿਹਾਰ ਕਰਕੇ। ਅਸੀਂ ਸੱਚ ਤਾਂ ਮੰਨਾਂਗੇ ਜਿਹੜੀ ਇਹ ਰਿਸ਼ੀ ਕਹਿ ਗਿਆ, ਜਿਹੜੀ ਇਹ ਨਿਹਾਰ ਕੇ ਗਿਆ, ਗੱਲ ਨੂੰ ਨਿਖਾਰ ਕੇ ਗਿਆ ਵੀ ਅਸੀਂ ਉਸ ਗੱਲ ਨੂੰ ਸੱਚ ਤਾਂ ਮੰਨਾਂਗੇ। ਤੁਸੀਂ ਹੁਣ ਉੱਥੇ ਜਾਓ।
सच मनिए जरा निहार करके रचन हार जाओ करो जमैश तन्ने जी जमैश तन्ने करो किसी गल दे वजह दे नाल परत्याई जावे नारद ऋषि की गल जमाई जावे असली वार्ता सानू सुनाई जावे ये जाके महाराज थोड़ा काम है थोड़ी ड्यूटी है पर वो जिहड़ी देवी है साथों उच्ची कर गया नारद उन्होंने असी थोतों नीवी करवाउणा है तो हुण नारद ऋषि की गल सुन के मचदी अग ते सिट बरूद तुर गया सतियां बैठियां चित लचार करके गल्लां करदियां नाल हुशियारियां दे औखे ओटने गया जो बार करके कीता जिक्र जिसदा न मारे कीता कहर ते कहर जबान ओदी मारे कालजे तीर सहार करके तिखी तेज तलवार तो जीव ओदी गया कमल दे दिलां नूं पार करके फुल सुक गए प्रेम प्यार वाले भौरे चुप होए गूंज गुजार करके कित्थों आ गया चंद्रा चल के ते चलदा लग्या बाग गुजार करके हिस्से 15 सती बताई अनसूआ कीती आपां दी कैसी नखार करके सने आपां दे इस्त्री कुल जाती वो तो नीवियां कहा अहंकार करके पैंदी रड़क धड़क दा कालजा ए कित्थों मुख दे विचों कहा अहंकार करके इस जीवन तो भैन जी मरण चंगा इस जीवन नालों मरण चंगा जहर पी लिए मुख में डार करके बिरज लालो होनी दी नज़र पईयां आउंदी आवाज़ जो फंग खलार कर वो सतियां ने इस तरह विचार करके तिन्ना देवतियां नूं कहा भी की तुसी नारद जपदे फिरदे ते इहो जिहा नारद तुहाडा हो की काम तुहाडा कर गया वो नारद ने भैड़ी खेल भैड़ी मड़क वाले ने साडी भी खेल खराब करती ऐसी खुशी जग ते कदे नहीं आई जिहड़ी तुर गया बाग उजाड़ करके साडा खुशी का बाग लग्या उन्हें कणी कणी करता ये नारद का जप करते हो तुसीं इस नूं याद करते हो फिर हुण ऋषि राज जी गाहां सुखदेव जी नूं कथा सुणाउंदे ने वेद व्यास भगवान दे पुत्र शुक जी ऋषि आखदा मंत्र राजा देवन के सिर फिर गया जी कर गया खेल खराब उन्हां दी होर खेल ला तुर गया जी सतियां आखण हथ जोड़ के कहनी जिको पगाउणी है वो सती दी ताकत स्वामी आप कोलों परत्याउणी है थोतों परखाउणी है वो जिहड़ा साडे दिल नूं अग ला गया तो इस करके थोनों असीं कहण लगे नारद करदे फिरदे की वो थोड़ा सवार गया प्रेम प्यार विच पा के भंगना पलक झलक विच पार गया वो जेड़ी गल जवानों कह गया आप तो सही कराउणी है इस नारी की ताकत पीया थोतों वो जमाउणी है जाहर हो जू थोड़ा साडा कितना क गूढ़ा प्रेम पति सानू भी हुण होऊ तसली पित्तल तांबा हेमपति तुलना तोल तराजू उत्ते की गवाही पाउणी है वो सती दी ताकत स्वामी आप तो वो परत्याउणी है तीन लोक दियां हरता करता साथों वड्डी कर गया वो बिना तोलिया पत्थर साडे दिल दे उपर धर गया वो ये पत्थर सखाला है नहीं उठाउणा ना खड़ना बहना मुश्किल हो गया आउंदे दिल नूं तौणी है वो सती दी ताकत स्वामी आप कोलों परत्याउणी है ऋषि आपदा जिथे जावे उत्थे ही अग लगाउंदा है विछड़िया नूं ना मेलण जाने मिलिया नूं तड़फाउंदा है ये मिलिया नूं भी तड़फण लांदा है ये ना सिक्ख्या गल मटाउणी सिक्ख्या लड़ाई पाउणी है वो सती दी ताकत स्वामी आप कोलों परत्याउणी है रन कन्न ना इहदे कोई इसे कम लई वेला है जिस तरह जावे फुट पवावे इहदे भादा मेला है आउंदा आउंदा मिठा बोले जांदियां खा कर डाउणी है ये सती दी ताकत स्वामी आप कोलों जमाउणी है चंद्रे ने कम चंद्रे करने चंगे पासे जाना नहीं थां थां तो फिट लाण त लैंदा ताही किते टकाना नहीं जिसनों उच्ची कर गया वो नीवी करवाउणी है
इस सती की ताकत स्वामी आप कोलों हो जमानी है। पूर्ण हटको धार खड़ोइयां आखण बातें खीरी है। ओला रखना सही ना दसना कादी फेर सकीरी है। देइए आपा बार पति जी जिंद ना घड़ी बचाउनी है। ये सती की ताकत स्वामी आप कोलों जमाउनी है। भरम बरोले खा खा उठदा आउंदा दिल नूं सबर नहीं। तीन लोक विच साथों उच्ची दिसदी कोई पवर नहीं। बेड़ी बिरजदी बिच दरिया दे तुसी किनारे लाउनी है। ਉਹ ਸਤੀ ਦੀ ਤਾਕਤ ਸਵਾਮੀ ਆਪ ਕੋਲੋਂ ਪਰਚਾਉਣੀ। ਇਹ ਮਹਾਰਾਜ ਉਹ ਸਤੀ ਦੀ ਤਾਕਤ ਤੁਹਾਡੇ ਕੋਲੋਂ ਪਰਚਾਉਣੀ ਹੈ। ਤਾਂ ਹੀ ਇਹਨੂੰ ਕੋਈ ਬੈਠਣ ਨਹੀਂ ਖੜਨ ਨਹੀਂ ਦਿੰਦਾ। ਜਿੱਥੇ ਜਾਂਦਾ 2.5 ਘੜੀ ਤੋਂ ਵੱਧ ਇਹਦਾ ਟਿਕਾਣਾ ਹੀ ਨਹੀਂ ਕਿਤੇ। ਉੱਥੋਂ ਤੁਰਦਾ ਲੈਂਦਾ ਆਉਂਦਾ ਆਉਂਦਾ ਮਿੱਠਾ ਵੇਲਦਾ ਜਾਂਦਾ ਅੱਗ ਲਾ ਜਾਂਦਾ। ਆਹ ਕੰਮ ਹੈ ਤੁਹਾਡੇ ਨਾਰਦ ਦਾ। ਇਹਨੂੰ ਯਾਦ ਕਰਦੇ ਵੀ ਸਾਡਾ ਨਾਰਦ ਸਾਡਾ ਨਾਰਦ। ਕਹਿੰਦਾ ਦੇਵੀ ਉਹ ਹੱਥ ਪੇ ਤਿੰਨੇ ਦੇਵਤਾ हस के कहन लगे भी गल तो ठीक है। फिर तुसी की चाहते हो? कहती रचन हुण हार जाओ शताब तैयार हो जाओ जाके तुसी किसी गल दे नाल ओह परत्याई जावे। नारद ऋषि की गल अजमाई जावे असली वारता सानू सुनाई जावे। वो सती अनसूआ दे विच कौन ताकत है जिहड़ी नाल ओह सातों वड्डी बनदी है। एक पासे तो कली करती एक पासे त्रिलोकी दियाँ दुनिया जितनी नारियां त्रिलोकी दियाँ सारियां इक्के ही कट गए भी। एक कला तो इन्हों को 15 वो कोल कली कोले ने। तिन्ने देवता तुरत तैयार हो गए चले रूह फकीरां दे धार अगे। तिन्ने चले रूह फकीरां दे धार अगे। उत्थे देर की पलक विच आन पहुँचे खड़े आनन सूआ दे बाहर अगे। औ लख लख पकार की पति वर्ता ने करी विचार अगे। साधु आगे पिछे लैन वाले कंद मूल फल तैयार पर तैयार अगे। कहनी महाराज साधु आगे फल फुल खाने वाले भी इन्हों आप फल फुल देने भिख्या लैन आ गए। अलखर जगाई है चल मना उठ खड़ी हो आप पाइए। रचनहार सिर फेर के कहन लगे देइए अपना परन सुना देवी। जे फकीरां दी भुख निमिरत करनी तां एक चद्दर लै दे खिला देवी। ऐ देवी असीं तां बहुत खोटी प्रतिज्ञा कर बैठे। की प्रतिज्ञा कीती? असीं ऐसी प्रतिज्ञा कीती भी जिहड़ी देवी सानू मलमल दी चादर दे विच हो के सारे शरीर नूं ले के रोटी खवाऊ ਉਹਦੇ हत्थों खावांगे ने मर जाना मंजूर है। वो कहती अच्छा वाह वाह तुसीं इहो जिहे भी परन करन जाणदे हो। सती कहन लगी फिर मोड़ के कहती है बाबा सुन के इतनी अनसूआ ने अर्ज की बाबा इसे नूं गृहस्थ पुकारी दा है। घरे आए अतिथि का मान करना जथा जोग दे नाल सत्कारी दा है। पर जेड़ा बाक जबान चों बाहर आवे पहला दिल दे विच विचारी दा है। नीति विच वे पढ़दा चोग लिखिया भोजन भजन ते खजाना नारी दा है। ये महाराज तुसी कित्थों सिख लिया ये काम? ये ऐं तां नहीं सिखाया जांदा। भीतर चलो ते करो पवित्र कुटिया परदे नाल सौंदे बाबा खान पान बाबा ते रचनहार फिर कुशा दे आसना ते तिन्ने बैठ गए नाल सन्मान बाबा। कहनी महाराज तुसी मैं जान गई जिहड़ी खेल है थोड़ी। हाँ हुण दसो मैनू बैठ के भी की किवें परन करिया तुसी। उन्होंने जो दस्या भी बीबी असीं तपस्या करन लगे थे। तपस्या करते करते असीं ऐसा घोर तप किया ਜਿਹਦੇ ਵਿੱਚ ਸਾਨੂੰ ਇਹ ਨਾ पता लग्या भी पूर्णमासी कदों आउंदी है ते मस्या कदों आउंदी है। ऐसा तप घोर करन दे नाल सचखंड दे विचों फिर भगवान आ गए। खुदा आ गया। वो आके कहन लग्या भी बोलो वर बरोई वर मंगो। असीं वर मंग लिया। मंगिया कि भी असीं तां ऐं करके आ वर लेना भी जिहड़ी असीं कह दईए साडी पूरी होवे। उन्होंने सानू देता
ਫਿਰ ਅਸੀਂ ਸਾਰੇ ਜਗਤ ਦੇ ਵਿੱਚ ਫਿਰ ਗਏ, ਬੀਬੀ ਸਾਨੂੰ ਕਿਸੇ ਨੇ ਭੋਜਨ ਨਹੀਂ ਪਿਆ ਖਵਾਇਆ। ਹੁਣ ਅਸੀਂ ਤਾਂ ਹਾਰ ਕੇ ਨਾਰਦ ਰਿਸ਼ੀ ਸਾਨੂੰ ਮਿਲ ਗਿਆ ਫਿਰਦਿਆਂ ਨੂੰ, ਉਹਨੇ ਤੁਹਾਡਾ ਜਸ ਗਾਇਆ। ਉਹ ਜਸ ਸੁਣ ਕੇ ਅਸੀਂ ਤੁਹਾਡੇ ਵਾਰਗੇ ਆਏ ਆ ਅਤੇ ਹੁਣ ਅੱਗੇ ਦੇਵੀ ਤੇਰੀ ਮਰਜ਼ੀ ਹੈ। ਇਹ ਦੇਵੀ ਸਾਡਾ ਆਹ ਹਾਲ ਹੈ। ਅਸੀਂ ਪ੍ਰਤਿੱਗਿਆ ਕਰ ਲਈ ਵੀ ਦੇਖੀਏ ਹੁਣ ਰੱਬ ਦਾ ਵਾਕ ਸੱਚਾ ਹੋਊਗਾ ਕਿ ਨਾ। ਵਰਦਾਨ ਤਾਂ ਦੇ ਗਿਆ। ਫਿਰ ਕਿਹਾ ਜਦ ਉਹ ਧਾਰੀਏ ਵੀ ਅਸੀਂ ਤਿੰਨੇ ਜਾਣੇ ਮੱਥ ਕੇ ਲੱਗੇ ਕਹਿਣ ਵੀ ਆਪਾਂ ਆਹ ਸਵਾਲ ਰੱਖ ਦਿਓ। ਇਹ ਸਵਾਲ ਪਕਾਉਣ ਵਾਲਾ ਨਹੀਂ, ਆਪਾਂ ਨੂੰ ਕੋਈ ਰੋਟੀ ਨਹੀਂ ਖਵਾਉਣੀ। ਜੇ ਖਵਾਓਗੇ ਤਾਂ ਫਿਰ ਪੂਰਾ ਹੋ ਜਾਊਗਾ ਭਗਵਾਨ ਦਾ ਵਰਦਾਨ। ਅਸੀਂ ਤਾਂ ਤੈਨੂੰ ਕਿਹਾ ਵੀ ਜੇ ਸਾਡੀ ਭੁੱਖ ਨਿਮਰਤ ਕਰਨੀ ਹੈ ਤਾਂ ਇੱਕ ਮਲਮਲ ਦੀ ਚਾਦਰ ਦੇ ਵਿੱਚ ਹੋ ਕੇ ਫਿਰ ਤੂੰ ਸਾਨੂੰ ਭੋਜਨ ਛਕਾ, ਫਿਰ ਜੋ ਮੰਗੇਂਗੀ ਸਾਤੋਂ ਅਸੀਂ ਤੇਰੇ ਦੇਣਦਾਰ ਹੋਵਾਂਗੇ, ਸੋਈ ਵਰ ਪਾ ਲਈ। ਕਹਿੰਦੀ ਅੱਛਾ। ਹੁਣ ਉਧਰ ਤਾਂ ਫਕੀਰ ਕਹਿੰਦੇ ਨੇ, ਤਿੰਨੇ ਦੇਵਤਾ ਕਹਿੰਦੇ ਨੇ, ਬਰਮਾ ਵਿਸ਼ਨੂੰ ਸ਼ਿਵ ਫਕੀਰਾਂ ਦੇ ਰੂਪ ਕੀਤੇ ਹੋਏ ਨੇ, ਬੇਪਛਾਣ ਹੋਏ ਹੋਏ ਨੇ। ਕੋਈ ਚਿੰਨ੍ਹ ਨਹੀਂ ਹੈ ਸਰੀਰ ਦੇ ਉੱਤੇ ਜਿਹੜਾ ਉਹਨਾਂ ਨੂੰ ਪਛਾਣੇ। ਪਰ ਉਹਨੇ ਨਿਗਾਹ ਦੇ ਪਤੀ ਪਰਮਾਤਮਾ ਨੂੰ ਯਾਦ ਕਰਕੇ ਦੇਵ ਗਿਓ ਸੋਚਿਆ ਦਿਮਾਗ ਦੇ ਨਾਲ ਵੀ ਇਹ ਸਾਹ ਪਰਨ ਕਰਨ ਵਾਲੇ ਕਿੱਥੋਂ ਸਾਧ ਆ ਗਏ। ਉਹ ਕਹਿੰਦੀ ਬਾਬਾ ਠੀਕ ਹੈ, ਤੁਹਾਨੂੰ ਰੋਟੀ ਖਵਾਵੇਗਾ। ਜਿਹੜਾ ਤੁਹਾਡਾ ਸਵਾਲ ਹੈ ਇਹ ਦੁਨੀਆ ਤੋਂ ਵੱਖਰਾ ਹੈ। ਬਾਬਾ ਬੈਠੋ, ਗੱਲ ਸੁਣ ਲਓ, ਰੋਟੀ ਵੀ ਖਵਾ ਕੇ ਤੋਰੂੰਗੀ, ਸਭ ਕੁਝ ਕਰਕੇ ਤੋਰੂ। ਐਵੇਂ ਨਹੀਂ ਜਾਣ ਦਿੰਦੀ ਤੁਹਾਨੂੰ। ਨਾਰਦ ਰਿਸ਼ੀ ਦੀ ਗੱਲ ਨੂੰ ਮੈਂ ਝੂਠੀ ਨਹੀਂ ਹੋਣ ਦਿੰਦੀ, ਪਰ ਮੇਰੀ ਗੱਲ ਸੁਣ ਲਓ ਇੱਕ। ਕਹਿੰਦੇ ਸੁਣਾ ਭਾਈ। ਬਾਬਾ ਇਹ ਤਾਂ ਜਿਹੜਾ ਤੁਸੀਂ ਪਰਨ ਕਰ ਲਿਆ ਇਹ ਤੁਹਾਡਾ ਪਕਾਉਣ ਵਾਲਾ ਹੀ ਨਹੀਂ। ਕੋਈ ਕੀ ਪਕਾਵੇ। ਨਾਲੇ ਤਾਂ ਉਹਨਾਂ ਦੀ ਪਰਖ ਕਰਦੀ ਹੈ, ਨਿਰਖ ਕਰਦੀ ਹੈ ਵੀ ਇਹ ਬਾਵੇ ਤਾਂ ਹੈ। ਅੱਜ ਗ੍ਰਿਸ ਦੇ ਠੇਡੇ ਮਾਰਨ ਵਾਲੇ ਬਾਵੇ ਨਹੀਂ ਹਨ। ਇਹ ਤਾਂ ਕੋਈ ਗੱਲ ਹੋਰ ਹੈ। ਪਤੀ ਦੀ ਪਿਆਰੀ ਮਾਰ ਦੀ ਨਿਗਾਹ ਤਾੜਦੀ ਹੈ। ਕਹਿੰਦੀ ਚੰਗਾ ਬਾਬਾ ਜੀ ਤੁਸੀਂ ਹੁਣ ਇੱਥੇ ਬੈਠੋ ਅਤੇ ਮੈਂ ਆਪਦੇ ਪਤੀ ਤੋਂ ਆਗਿਆ ਲਿਆ। ਇਹ ਕੰਮ ਉੱਥੋਂ ਚੱਲੂਗੀ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਗ੍ਰਿਸ ਦੇ ਸਹਾਰੇ ਦੇ ਉੱਤੇ 84 ਹੈ। ਜਿਹੜੀ 84 ਲੱਖ ਜੋਨੀ ਹੈ ਇਹ ਗ੍ਰਿਸ ਦੀ ਚਲਾਉਂਦਾ ਇਹਨੂੰ ਤੁਸੀਂ ਬਦਨਾਮ ਕਰਨ ਲੱਗੇ ਪਏ ਹੋ। ਇਹਦੀ ਜੜ ਡੂੰਘੀ ਇਹ ਹਿਲਾਉਣ ਵਾਲਾ ਨਹੀਂ। 4 ਆਸ਼ਰਮ ਹੈ ਸੰਸਾਰ ਦੇ ਵਿੱਚ। ਪਹਿਲਾ ਆਸ਼ਰਮ ਹੈ ਗ੍ਰਸਥ, ਦੂਜਾ ਹੈ ਬਨਵਾਸ, ਤੀਜਾ ਹੈ ਉਦਾਸੀ, ਚੌਥਾ ਹੈ ਸੰਨਿਆਸੀ। ਇਹ 4 ਆਸ਼ਰਮਾਂ ਦੇ ਵਿੱਚੋਂ ਕਹਿੰਦੇ ਸਦਾ ਕਿਹਦਾ, ਕਹਿੰਦੇ ਗ੍ਰਸਥ ਦਾ। ਇਹਨੂੰ ਤੁਸੀਂ ਬਦਨਾਮ ਕਰਦੇ ਹੋ ਜੀ, ਤਾਂ ਸਾਰੇ ਰੋਟੀ ਖਾਂਦੇ ਹੋ। ਇਹੋ ਜਿਹਾ ਸਵਾਲ ਕਦੇ ਉਹ ਨਹੀਂ ਕਰਦਾ। ਪਤਨੀ ਪਤੀ ਦਾ ਹੁੰਦਾ ਇੱਕ ਪਰਦਾ, ਜਿਹਦੇ ਨਾਲ ਇੱਕ ਪਰਦੇ ਦੇ ਸੀਰੀ ਨੇ। ਕਦੇ ਇਹੋ ਜਿਹਾ ਸਵਾਲ ਤਾਂ ਉਹ ਨਹੀਂ ਕਰਦਾ ਜਿਹੜਾ ਤੁਸੀਂ ਕਰੇ। ਇਹ ਬਾਬਾ ਤੁਹਾਡਾ ਪਗਾਉਣ ਵਾਲਾ ਪਰਨ ਤਾਂ ਹੈ ਨਹੀਂ, ਪਰ ਤੁਸੀਂ ਅਨਪੜ੍ਹ ਹੋ, ਕਿਸੇ ਨੇ ਪੜ੍ਹਾਏ ਨਹੀਂ। ਮੈਂ ਤੁਹਾਨੂੰ ਪੜ੍ਹਾ ਕੇ ਤੋਰੂੰਗੀ ਪਹਿਲਾਂ, ਫਿਰ ਤੁਹਾਨੂੰ ਭੋਜਨ ਵੀ ਛਕਾ ਕੇ ਤੋਰੂੰਗੀ। ਨਾਰਦ ਦਾ ਵਚਨ ਮੈਂ ਝੂਠਾ ਨਹੀਂ ਪੈਣ ਦਿੰਦੀ। ਮੈਂ ਆਪਦੇ ਪਤੀ ਕੋਲੋਂ ਆਗਿਆ ਲਿਆ ਮਾਂ। ਫਿਰ ਪਤੀ ਦੇ ਜਾ ਕੇ ਲੱਗੀ ਚਰਨ ਮੰਡਣ। ਚਰਨ ਮੰਡੀ ਗਈ, ਉਹਦੀ ਸਮਾਧੀ ਖੁੱਲ੍ਹ ਗਈ। ਅਤਰੀ ਰਿਸ਼ੀ ਦੀ ਸਮਾਧੀ ਖੁੱਲ੍ਹੀ। ਕਹਿੰਦੇ ਦੇਵੀ ਕੀ ਗੱਲ ਹੈ, ਤੂੰ ਸਾਡੀ ਸਮਾਧੀ ਕਲਾਤੀ। ਕਹਿੰਦੀ ਮਹਾਰਾਜ ਘਰੇ ਆਪਣੇ 3 ਫਕੀਰ ਬੈਠੇ ਆਏ, ਆਪ ਕੀ ਦਿਆ ਦੇ ਨਾਲ ਸਵਾਮੀ। ਆਪਣੇ ਘਰੇ 3 ਫਕੀਰ ਬੈਠੇ ਨੇ। ਪਤੀ ਵਰਤਾ ਨੇ ਪਤੀ ਦੇ ਚਰਨ ਫੜ ਕੇ ਕਹਿੰਦੀ ਮੰਨਣਾ ਇੱਕ ਸਵਾਲ ਪਰ ਸਵਾਮੀ, ਮੇਰਾ ਇੱਕ ਬਚਨ ਮੰਨੋਗੇ। ਕਹਿੰਦੀ ਦੇਵੀ ਇੱਕ ਕੀ ਚਾਹੀਦਾ ਦੱਸ ਕਹੇ, ਮੰਨਾਂਗੇ, ਤੂੰ ਸਾਡੀ ਪ੍ਰਾਣ ਪਿਆਰੀ ਹੈ। ਫਿਰ ਜਿਹੜੇ ਉਹ 3 ਫਕੀਰ ਨੇ ਸਵਾਮੀ, ਉਹ ਤਿੰਨੇ ਫਕੀਰ ਤਾਂ ਮੈਨੂੰ ਲੱਗਦੀ ਨਹੀਂ। ਕਿਉਂ, ਤੈਨੂੰ ਕੀ ਸ਼ੱਕ ਪਏਗੀ? ਕਹਿੰਦੀ ਇੱਕ ਤਾਂ ਉਹਨਾਂ ਦੀ 3 ਦੀ ਸ਼ਾਨ ਹੀ ਹੈ। ਦੇਵਤਾ ਦੇ ਸ਼ਾਨ ਨਾ ਹੋਊਗੀ, ਭੂਤ ਪ੍ਰੇਤ ਦੇ ਸ਼ਾਨ ਨਾ ਹੋਊਗੀ। ਇੱਕ ਉਹਨਾਂ ਦੇ ਪੈਰ ਜ਼ਮੀਨ ਤੋਂ ਤਾਹਾਂ ਨੇ। ਜ਼ਮੀਨ ਦੇ ਨਾਲ ਪੈਰ ਨਹੀਂ ਹਨ ਉਹਨਾਂ ਦੇ। ਫਿਰ ਮੈਨੂੰ ਤਾਂ ਪਤੀ ਜੀ ਉਹ ਐਂ ਲੱਗਦਾ ਵੀ ਜਿਵੇਂ ਤਿੰਨੇ ਹਰਤਾ ਕਰਤਾ ਹੁੰਦੇ ਨੇ।
ਤਾਂ ਬਰਮਾ ਵਿਸ਼ਨੂੰ ਸ਼ਿਵ ਹੁੰਦੇ ਨੇ। ਅੱਗੇ ਤੁਹਾਡੀ ਨਿਗਾਹ 'ਚ ਕਰ ਕੰਮ ਕਰੂਗੀ। ਮੈਂ ਤਾਂ ਤੁਹਾਡੀ ਤਾਕਤ ਨਾਲ ਉਹਨਾਂ ਦੀ ਪਰਖ ਕਰੀਏ। ਪਰ ਜੋ ਤੁਸੀਂ ਕਹੋਗੇ ਉਹਨੂੰ ਚੱਲੂਗੀ ਗੱਲ ਉਹ। ਅੱਛਾ ਦੇਵੀ, ਹਾਂ। ਫਿਰ ਉਹ ਅੱਜ ਸਾਡੇ ਗ੍ਰਹਿ ਦੀ ਨਿੰਦਿਆ ਕਰਨ ਚੱਲ ਪਏ, ਜਿਹਦੇ ਆਸਰੇ ਤਰਲੋਕੀ ਟੁਕੜਾ ਖਾਂਦੀ ਹੈ। ਇਸ ਗ੍ਰਹਿ ਨੂੰ ਉਹ ਨਿੰਦਿਆ ਕਰਦੇ ਨੇ। ਐਂ ਕਹਿੰਦੇ ਨੇ ਵੀ ਇੱਕ ਕੱਪੜੇ ਰੋ ਕੇ ਰੋਟੀ ਖਵਾਵੇ, ਉਹਦੇ ਹੱਥੋਂ ਖਾਣਾ ਖਾਵਾਂਗੇ। ਫਿਰ ਦੇਵੀ ਤੂੰ ਕੀ ਚਾਹੁੰਦੀ ਹੈ? ਮੇਰੀ ਤਾੜੀ ਤੱਕ ਲਾਤੀ। ਕਹਿੰਦੀ ਮੈਂ ਐਂ ਚਾਹੁੰਦੀ ਹਾਂ ਵੀ ਉਹ 2-2 ਮਹੀਨਿਆਂ ਦੇ ਬੱਚੇ ਬਣ ਜਾਣ ਤੁਹਾਡੀ ਆਗਿਆ ਦੇ ਨਾਲ। ਰਚਨਹਾਰ ਭਗਵਾਨ ਦੀ ਧਨ ਲੀਲਾ ਹੋਇਆ ਚਰਜ ਕੀ 2-2 ਮਾਸ ਦੇ ਬਾਲ ਬਣ ਗਏ। ਭਰ ਕੇ ਕੌਲੀਆਂ ਦੁੱਧ ਪਿਲਾਉਣ ਲੱਗੀ, ਬਾਰੀ ਨਾਲ ਬੈਠ ਕੇ ਗੋਦੀ ਦੇ ਵਿੱਚ ਪੀਣ ਬਣਾਉਣ ਲੱਗੇ। ਬਹਿ ਗਈ, 3 ਪਾਲਣੇ ਬਣਾ ਲਏ। 3 ਪਾਲਣੇ ਬਣਾ ਕੇ ਇੱਕ ਤਾਂ ਅੱਗੇ, ਇੱਕ ਸੱਜੇ, ਇੱਕ ਖੱਬੇ। ਫਿਰ ਇੱਕ ਧੋਤੀ ਲੈ ਕੇ ਪਹਿਨ ਕੇ ਬੈਠੂਗੀ ਅਤੇ ਉੱਧਰੋਂ ਉੱਤਰੀ ਰਾਜ ਤੋਂ ਇਹ ਆਗਿਆ ਮੰਗਦੀ ਹੈ ਵੀ ਦੱਸੋ ਮੈਂ ਇਹ ਤੁਹਾਡੀ ਆਗਿਆ ਨਾਲ ਉਹ 3-2 ਮਹੀਨਿਆਂ ਦੇ ਬੱਚੇ ਬਣ ਜਾਣ, ਉਮਰ ਸਾਲ ਦੀ ਨਾ ਹੋਵੇ, ਭਾਵੇਂ ਯੁੱਗ ਬੀਤ ਜਾਣ, 2-2 ਮਹੀਨਿਆਂ ਦੇ ਹੀ ਰਹਿਣ। ਇਹ ਕਹਿੰਦਾ ਜਾ ਦੇਵੀ। ਅਤਰੀ ਰਿਸ਼ੀ ਪ੍ਰੇਮ ਦੇ ਵਿੱਚ ਆ ਕੇ ਵਰਦਾਨ ਲੱਗਿਆ ਦੇਣ। ਰਿਸ਼ੀ ਅਤਰੀ ਕਹੇ ਦਿਆਲ ਹੋ ਕੇ, ਧਨ ਧਨ ਹੈ ਤੇਰਾ ਪਿਆਰ ਪਿਆਰੀ, ਤੇਰੇ ਇਸਤਰੀ ਧਰਮ ਅਸੂਲ ਪੂਰੇ, ਅੱਛੀ ਤਰ੍ਹਾਂ ਮੈਂ ਲਿਆ ਨਿਹਾਰ ਪਿਆਰੀ। ਜਤ ਸਤ ਤੇ ਸਿਦਕ ਮਾਨ ਤੇਰਾ, ਸੌਂਪੇ ਕੁੱਲ ਨੂੰ ਤੂੰ ਕੁੱਲ ਅਖਤਿਆਰ ਪਿਆਰੀ। ਕਿਸੇ ਕਿਸਮ ਦੀ ਰਹੂ ਨਾ ਕਮੀ ਕੋਈ, ਭਰੇ ਰਹਿਣਗੇ ਤੇਰੇ ਭੰਡਾਰ ਪਿਆਰੀ। ਜਾ ਕੇ ਇੱਕ ਕੱਪੜੇ ਦੇ ਵਿੱਚ ਤੈਨੂੰ ਉਹਨਾਂ ਨੇ ਕਿਹਾ, ਹਾਂ ਜਿਹੜੇ ਢੇਰ ਕਹਾਮ ਦੇ ਤਾਕਤਾਂ ਦੇ ਤੇਰੇ ਸਾਹਮਣੇ ਜਾਣਗੇ ਹਾਰ ਪਿਆਰੀ। ਬਾਵੇ ਕੌਣ ਜੋ ਬਰਾਬਰੀ ਕਰਨ ਸਾਡੀ, ਤੇਰੇ ਹੋਣਗੇ ਤਾਬਿਆਦਾਰ ਪਿਆਰੀ। ਸਾਡੇ ਗ੍ਰਹਿਸਥ ਨੂੰ ਨੀਵਾਂ ਝੁਕਾਉਣ ਵਾਲਾ, ਜੰਮ ਸਕੇ ਨਾ ਵਿੱਚ ਸੰਸਾਰ ਪਿਆਰੀ। ਦੋਵੇਂ ਜਨਮ ਇਹ ਦੇਵੇ ਜਨਮੇ ਪੀਰ ਪੈਗੰਬਰਾਂ ਨੂੰ, ਹੁਣ ਇਸ ਵਿੱਚ ਅਵਤਾਰ ਦੇਵੀ। ਖਾਣ ਪਾਣ ਦੇ ਭਰੇ ਤੇਰੇ ਭੰਡਾਰ ਰਹਿਣਗੇ ਅਤੇ ਕਿਸੇ ਗੱਲ ਦੀ ਤੂੰ ਕੋਈ ਕਮੀ ਨਾ ਮੰਨੀ। ਤੂੰ ਆਪ ਇਹਨਾਂ ਦੀ ਪਾਲਣਾ ਕਰੀ ਹੁਸ਼ਿਆਰ ਹੋ ਕੇ। ਖਾਣੇ ਦਾ ਕੋਈ ਕਟੋਟ ਨਹੀਂ ਰਹੂਗੀ। ਖਾਣਾ ਇਹ ਆਪਣੇ ਚਾਹੇ 3 ਦੇਵ ਵੀ ਹਨਗੇ, ਤੇਰੇ ਸਾਹਮਣੇ ਜਾਣਗੇ ਹਾਰ ਦੇਵੀ। ਇਹ ਤੇਰੇ ਸਾਹਮਣੇ ਹਾਰ ਪਾਉਣਗੇ। ਇਹ ਜਿੱਤ ਤਾਂ ਪੈਂਦੀ, ਜਿੱਤ ਨਹੀਂ ਹੈ ਸਕਦੇ। ਇਹ ਤੂੰ ਮਨ ਸੰਸਾਰ ਛੱਡ ਦੇ, ਲੈ ਜਾ ਮੇਰਾ ਚਰਨ ਧੋ ਕੇ। ਕਿਵੇਂ ਮਹਾਰਾਜ? ਕਹਿੰਦਾ ਸੱਜਾ ਚਰਨ ਧੋ ਕੇ ਲੈ ਜਾ। ਫਿਰ ਜਾ ਕੇ 3 ਤੇ ਮਾਰ ਛਿੱਟਾ 2 ਮਹੀਨਿਆਂ ਦੇ ਬੱਚੇ ਬਣ ਜਾਣਗੇ। ਉਹਨੇ ਧੋ ਕੇ ਪਤੀ ਦਾ ਜਲ ਨਾਲ ਚਰਨ ਤੇ ਕੌਲੇ 'ਚ ਪਾ ਲਿਆ। ਜਾ ਕੇ ਖੜ ਗਈ ਬਾਹਰ ਗਏ। ਹਾਂ ਮਹਾਰਾਜ ਦੇਵਤਾ ਜੀ ਆ ਗਈ, ਮੇਰੇ ਪਤੀ ਦੀ ਆਗਿਆ ਹੋ ਗਈ। ਐਸਾ ਦੇਖ ਕੇ ਜਾ ਕੇ ਉਸ ਦੇਵੀ ਨੇ ਚੂਰੀ ਭਲ ਕੇ ਤੇਹਾਂ 'ਤੇ ਮਾਰੀ। ਕਹਿੰਦੀ ਜੈ ਮੇਰੇ ਸਾਂਝੀ ਬਾਲ ਦੀ, ਪਤੀ ਵਰਤਾ ਪਤੀ ਦੀ ਪਿਆਰੀ, ਬਾਲ ਕੇ ਬਣਾ ਕੇ ਪਾਲ ਦੀ। 2-2 ਮਹੀਨਿਆਂ ਦੇ ਬੱਚੇ ਬਣੇਗੇ। ਐਸਾ ਰੂਪ ਧਾਰਿਆ, ਲੈ ਕੇ ਜਲ ਪਤੀ ਦੇ ਚਰਨਾਂ ਦਾ ਜਾ ਖੜੋਤੀ ਮੂਹਰੇ। ਲਓ ਦੇਵਤਿਓ ਮੇਰੇ ਪਤੀ ਦੀ ਆਗਿਆ ਹੋ ਗਈ, ਮੈਂ ਹੁਣ ਤੁਹਾਨੂੰ ਭੋਜਨ ਛਕਾ ਕੇ ਤੋਰੂੰਗੀ। ਲੈ ਕੇ ਨਾਮ ਪਤੀ ਦਾ ਚੂੜੀ ਭਰੀ ਕਵਲੇ ਦੇ ਵਿੱਚੋਂ ਮਾਰੀ 3 ਤੇ 2-2 ਮਹੀਨਿਆਂ ਦੇ ਬੱਚੇ ਬਣ ਗਏ। 3 ਹੀ ਅਵਤਾਰ ਜਿਹੜੇ ਦੁਨੀਆ ਦੇ ਹਰਤੇ ਕਰਤੇ, ਦੁਨੀਆ ਨੂੰ ਰਚਣ ਵਾਲੇ, ਦੁਨੀਆ ਨੂੰ ਪਾਲਣ ਵਾਲੇ, ਦੁਨੀਆ ਨੂੰ ਲੈ ਕਰਨ ਵਾਲੇ। 2-2 ਮਹੀਨਿਆਂ ਦੇ ਬਣ ਗਏ ਬੱਚੇ। ਵਰ ਲੈ ਲਿਆ ਵੀ ਸੰਸਾਰ 'ਤੇ ਕੋਈ ਚੀਜ਼ ਹੋਈ ਜਾਵੇ ਇਹਨਾਂ ਦੇ ਕੰਨ 'ਚ ਆਵਾਜ਼ ਨਾ ਪਵੇ। ਅੱਗੇ ਉਹ ਨਕਲੀਏ ਦੋਹਰਾ ਲਾਉਂਦੇ ਹੁੰਦੇ। ਉਹ ਕਹਿੰਦੇ ਹੁੰਦੇ ਕਿ ਵੀ ਬੰਸੀ ਵੱਜੀ ਸੁਣੀ 3 ਲੋਕ ਮੈਂ, ਸੁਣੀ 3 ਤਰਲੋਕ, 3 ਜਾਣੇ ਕਹਾਂ ਰਹੇ ਕਹਾਂ ਗਏ ਉਹ ਲੋਕ। ਵੀ 3 ਜਿਨ੍ਹਾਂ ਨੂੰ 3 ਨੂੰ ਸੁਣੀ ਨਹੀਂ ਉਹ ਕਿੱਥੇ ਗਏ। ਉਹ ਇਹ ਸੇ 3 ਦੇਵਤੇ ਮਗਰੋਂ ਸਤੀਆਂ ਫਿਰਦੀਆਂ ਨੇ ਬੰਸੀਆਂ ਵਜਾਉਂਦੀਆਂ।
ਉਹਦੇ ਵਚਨ ਲੈ ਲਏ ਵੀ ਤਿੰਨਾਂ ਲੋਕਾਂ 'ਚ ਕੁਛ ਹੋਈ ਜਾਵੇ ਤੇ ਇਹਨਾਂ ਦੇ ਕੰਨ 'ਚ ਨਾ ਪਵੇ। ਇਹ ਵਚਨ ਲੈ ਕੇ ਤਿੰਨਾਂ ਦੇਵਤਿਆਂ ਤੋਂ ਕਰਤੇ 2-2 ਮਹੀਨਿਆਂ ਦੇ। ਪਤੀ ਤੋਂ ਉਹ ਵੀ ਵਰਦਾਨ ਲਿਆ, ਕਹਿੰਦੀ ਸਵਾ 2 ਮਹੀਨਿਆਂ ਦੇ ਨਾ ਹੁਣ, ਪੌਣੇ 2 ਮਹੀਨਿਆਂ ਦੇ ਨਾ ਹੁਣ, 2-2 ਮਹੀਨਿਆਂ ਦੇ ਹੀ ਰਹਿਣ ਪਾਵਾਂ ਜੁਗ ਬੀਤ ਗਏ। ਕਹਿੰਦੇ ਬਹੁਤ ਅੱਛੇ। ਹੁਣ ਉਧਰੋਂ ਜਦੋਂ ਉਹਦਾ ਬਣ ਗਏ ਬਾਲ ਕੇ, ਇੱਕ ਚਾਦਰ ਲੈ ਲਈ ਮਲਮਲ ਦੀ, ਲੈ ਕੇ ਵੀ ਹੁਣ ਪਰ ਨਵਾਵਾਂ, ਚੱਕ ਚੱਕ ਕੇ ਇੱਕ ਪਾਲੜੇ 'ਚ ਪਾਤਾ, ਦੂਜਾ ਦੂਜੇ 'ਚ, ਤੀਜਾ ਤੀਜੇ 'ਚ। ਆਪ ਬਹਿ ਗਈ ਵਿਚਾਲੇ, ਕਦੇ ਸੱਜੇ ਨੂੰ ਹਲੂਣਾ ਦੇ ਦਿੰਦੀ ਹੈ, ਕਦੇ ਖੱਬੇ ਨੂੰ, ਕਦੇ ਮੂਹਰਲੇ ਨੂੰ। ਆਪ ਬੈਠੀ ਹੈ, ਦੁੱਧ ਦਾ ਕਟੋਰਾ ਭਰ ਲਿਆ, ਕਾਮ ਧੈਨ ਗਊ ਆਉਂਦੀ ਹੈ, ਬਾਲਟੀ ਛੱਲ ਕੇ ਤੁਰ ਜਾਂਦੀ ਹੈ, ਪੀ ਲੈ ਮਾਤਾ, ਨਾ ਪਿਆ ਦੇ ਇਹਨਾਂ ਬੱਚਿਆਂ ਨੂੰ। ਉਹ ਰਿਸ਼ੀ ਦੀ ਤਾਕਤ, ਸਾਰੇ ਜਿੱਧਰ ਦੇਖੇ ਸਾਰੇ ਭੰਡਾਰ ਭਰੇ ਭਰਾਏ, ਲੱਗੀ ਸੇਵਾ ਕਰਨ। ਉਹਨੂੰ ਮਮਤਾ ਜਾਗ ਪਈ, ਪਹਾੜੋਂ ਵੱਡੀ ਮਮਤਾ ਹੋ ਗਈ ਮਾਂ ਨੂੰ। ਜਿਹਦੇ ਮੂਹਰੇ 3 ਖਿਲਾਉਣੇ, ਪੁੱਤ ਤਾਂ ਇੱਕ ਮਾਨ ਨਹੀਂ ਹੁੰਦਾ, ਜਿਹਦੇ ਮੂਹਰੇ 3-3 ਨੇ, ਉਹਨੂੰ ਤਾਂ ਫਿਰ ਖੁਸ਼ੀਆਂ ਕਿੱਥੇ ਸਮਾਉਂਦੀਆਂ ਨੇ। ਕਦੇ ਉਹਨੂੰ ਹਲੂਣੇ ਦਿੰਦੀ ਹੈ, ਕਦੇ ਉਹਨੂੰ ਹਲੂਣੇ ਦਿੰਦੀ ਹੈ। ਰਿਸ਼ੀ ਰਾਜ ਕਹਿੰਦੇ ਸੁਖਦੇਵ ਜੀ, ਇਹ ਪ੍ਰੀਖਿਤ ਪਾਂਡਵਾਂ ਦੇ ਪੋਤੇ ਨੂੰ ਕਥਾ ਸੁਣਾਉਂਦੇ ਨੇ, ਪ੍ਰੀਖਿਤ ਰਾਜ ਨੂੰ, ਰਾਜਾ ਜਨਮੇਜੇ ਦੇ ਪਿਤਾ ਨੂੰ। ਇਹ ਪ੍ਰੀਖਿਤ ਉਹ ਦੇਵੀ ਨੇ ਬਣਾਤੇ ਤਿੰਨੇ ਬਾਲ ਕੇ 2-2 ਮਹੀਨਿਆਂ ਦੇ। ਇੱਧਰ ਉਹਨਾਂ ਹੁਣ ਤਿੰਨਾਂ ਦੇਵੀਆਂ ਦਾ ਹਾਲ ਸੁਣ ਵੀ ਉਹ ਕੀ ਕਰਦੇ ਨੇ, ਕਿਵੇਂ ਰਹਿੰਦੀਆਂ। ਉੱਧਰ ਤਿੰਨੇ ਦੇਵੀਆਂ ਜਦੋਂ ਉਹਨਾਂ ਨੇ 1-2 ਮਹੀਨੇ ਉਡੀਕਿਆ ਵੀ ਕਿਤੋਂ ਆਉਣਗੇ, ਪਰ ਨਹੀਂ ਆਉਂਦੇ। ਫਿਰ ਰਿਹਾ ਨਹੀਂ ਗਿਆ, ਭਾਲਣ ਤੁਰ ਗਈਆਂ। ਕਦੇ ਬਰਮ ਲੋਕ, ਕਦੇ ਸ਼ਿਵ ਲੋਕ, ਕਦੇ ਬੈਕੁੰਠ ਲੋਕ, ਫਿਰਦੀਆਂ ਭੌਂਕਦੀਆਂ। ਕਦੇ ਵਿਸਾਧ ਰੂਪ ਬਣ ਕੇ ਬਸਤੀਆਂ 'ਚ ਜਾ ਵੜਦੀਆਂ ਨੇ, ਨਗਰਾਂ ਜਾ ਵੜਦੀਆਂ ਨੇ, ਘਰ ਘਰ ਦੀਆਂ ਤਲਾਸ਼ੀਆਂ ਕਰਦੀਆਂ ਫਿਰਦੀਆਂ ਨੇ। ਉਹ ਖੜ ਗਿਆ ਵੀ ਘਰ ਘਰ ਦੀਆਂ ਤਲਾਸ਼ੀਆਂ ਕਰਦੀਆਂ ਫਿਰਦੀਆਂ ਨੇ, ਕਿਤੋਂ ਕੋਈ ਖੁਰਾ ਪੈੜ ਨਹੀਂ ਮਿਲਦਾ, ਭੌਂਕ ਕੇ ਭੌਂਕਦੀਆਂ ਫਿਰਦੀਆਂ ਨੇ। ਉਧਰ ਸਤੀਆਂ ਦੇ ਸੁਣੋ ਹਵਾਲ ਪਿਆਰੇ, ਤਿੰਨੇ ਰੂਹਾਂ ਬੇਥੱਕੀਆਂ, ਬੇਦਰਦ, ਬੇਹੋਸ਼ ਹੋਈਆਂ, ਪੂਰੇ ਤਰ੍ਹਾਂ ਦੀਆਂ ਨਿਰਾਸ਼ ਹੋਈਆਂ ਫਿਰਦੀਆਂ ਨੇ। ਪਰ ਉੱਧਰੋਂ ਕੁਦਰਤ ਨਾਲ ਵਿਚੋਲਾ ਕਿਉਂ ਨਾ ਆ ਗਿਆ ਉਹਨਾਂ ਝਿੜੀਆਂ ਦੇ ਵਿੱਚ। ਆ ਉਤਰਿਆ ਅਸਮਾਨ ਤੋਂ, ਜੈ ਨਾਰਾਇਣ ਜੈ ਨਾਰਾਇਣ ਕਹਿੰਦਾ ਹੋਇਆ। ਨਾਰਦ ਉਤਰਿਆ, ਦੇਖ ਕੇ ਹੱਸ ਪਿਆ, ਕਹਿੰਦਾ ਦੇਵੀਓ ਅੱਜ ਐਂ ਲੱਗਦਾ ਵੀ ਤੁਹਾਨੂੰ ਹੱਥਿਆਂ ਨੂੰ ਤਾਂ ਹੋਣੀ, ਤੂੰ ਤਾਂ ਲਿਬੜੀਆਂ ਜਿਹੀਆਂ ਫਿਰਦੀਆਂ ਕਿਵੇਂ, ਕੀ ਗੱਲ ਹੈ, ਕਿੱਧਰ ਫਿਰਦੀਆਂ ਉੱਧਰ, ਇੱਧਰ ਤੁਹਾਡਾ ਆਉਣ ਦਾ ਕੰਮ ਕੀ, ਇੱਥੇ ਤਾਂ ਸਾਡੇ ਵਰਗੇ ਫਕੀਰ ਫਿਰਨੇ ਟਿੱਬਿਆਂ 'ਤੇ, ਅਤੇ ਤੁਸੀਂ ਇੱਥੇ ਕਿੱਧਰੋਂ ਆ ਗਈਆਂ। ਉਹ ਕਹਿੰਦੀਆਂ ਆ ਗਿਆ। ਹਾਂ, ਉਹ ਨਾਰਦਾ ਅੱਗ ਲਾ ਕੇ ਹੁਣ ਤੂੰ ਪੁੱਛਦਾ ਵੀ ਕਿਵੇਂ ਇੱਧਰ ਆ ਗਈਆਂ, ਅਤੇ ਤੇਰਾ ਪੁੱਛਣ ਦਾ ਕੰਮ ਬੜਾ ਖੋਟਾ ਹੈ। ਲੈ ਕਹਿੰਦੀਆਂ ਦੱਸਦੀਆਂ ਫਿਰ ਤੈਨੂੰ ਅਸੀਂ। ਨਾਰਦ ਨੂੰ ਦੁੱਖੜਾ ਸੁਣਾਉਣ ਲੱਗੀਆਂ, ਨੇਤਰਾਂ 'ਚੋਂ ਨੀਰ ਬਰਸਾਉਣ ਲੱਗੀਆਂ, ਸਿਰੋਂ ਉੱਤੇ ਭੋਗੀਆਂ ਦੁਹਾਈਆਂ ਜੁਦਾਈਆਂ ਨਾਰਦਾ, ਪਰ ਚੰਦਰੇ ਵਿਛੋੜੇ ਨੇ ਤਪਾਈਆਂ ਨਾਰਦਾ। ਇਹ ਝੁਲਸੇ ਵੇ ਫੁੱਲ ਮਹਿਕਾਏਂਗਾ ਕਿ ਨਾ, ਵਿਛੜਿਆਂ ਨੂੰ ਨਾਰਦਾ ਮਲਾਏਂਗਾ ਕਿ ਨਾ। ਫਿਰਦੀਆਂ ਵਿਚਾਲੇ ਔਜੜਾ ਉਜਾੜਾਂ ਦੇ, ਚੜ੍ਹ ਵੇਖੇ ਸਿਖਰ ਪਹਾੜਾਂ ਦੇ, ਬਹੁਤ ਮੁਸੀਬਤਾਂ ਉਠਾਈਆਂ ਨਾਰਦਾ, ਚੰਦਰੇ ਵਿਛੋੜੇ ਨੇ ਤਪਾਈਆਂ ਨਾਰਦਾ। ਇਸ ਖੋਟੀ ਬਾਟ ਨੂੰ ਮੁਕਾਏਂਗਾ ਕਿ ਨਾ, ਵਿਛੜਿਆਂ ਨੂੰ ਦੱਸ ਦੇ ਮਿਲਾਏਂਗਾ ਕਿ ਨਾ। ਇਸ ਵਿਛੜਿਆਂ ਨੂੰ ਦੱਸ ਦੇ ਮਿਲਾਏਂਗਾ ਕਿ ਨਾ। ਪਲ ਵੀ ਮੂੰਹ ਬਿਰੋਣਾ ਸੀਨੇ ਸਹਿੰਦੇ ਨਾਰਦਾ, ਬੀਤ ਗਏ ਸਾਲ ਤੇ ਮਹੀਨੇ ਨਾਰਦਾ। ਕਾਹਤੋਂ ਦਿਲੋਂ ਉਹਨਾਂ ਨੇ ਭਲਾਈਆਂ ਨਾਰਦਾ, ਚੰਦਰੇ ਵਿਛੋਗ ਨੇ ਤਪਾਈਆਂ ਨਾਰਦਾ। ਫਿਰ ਵਿਛੜਿਆਂ ਦਾ ਨਾਰਦਾ, ਦੱਸ ਸਾਡੀ ਸੁਲ੍ਹਾ ਕਰਵਾਏਂਗਾ ਕਿ ਨਾ, ਵਿਛੜਿਆਂ ਨੂੰ ਨਾਰਦਾ ਮਿਲਾਏਂਗਾ ਕਿ ਨਾ। ਫਿਰ ਦੇਖੀ ਦੁਨੀਆ ਦੀ ਬਸਤੀ, ਪੱਲੇ ਪਿਆ ਰੋਗ ਦੂਰ ਹੋਈ ਮਸਤੀ। ਕਿਸੇ ਨੇ ਨਾ ਧੀਰਜਾਂ ਧਰਾਈਆਂ ਨਾਰਦਾ, ਚੰਦਰੇ ਵਿਛੋੜੇ ਨੇ ਤਪਾਈਆਂ ਨਾਰਦਾ।
ਕਿ ਮਿਹਰ ਦੀ ਸਾਡੇ ਤੇ ਨਿਗਾਹ ਪਾਏਗਾ ਕਿ ਨਾ, ਵਿਛੜਿਆਂ ਨੂੰ ਨਾਰ ਦਾ ਮਲਾਏਗਾ ਕਿ ਨਾ। ਕਿਹੜੀ ਗੱਲੋਂ ਪਤੀ ਮੁਖੜਾ ਮਰੋੜ ਗਏ, ਜਾਂਦੇ ਜਾਂਦੇ ਦੁੱਖਾਂ ਦੀ ਨਦੀ 'ਚ ਰੋੜ ਗਏ। ਕਿੱਥੇ ਰੂਹਾਂ ਉਹਨਾਂ ਨੇ ਛਪਾਈਆਂ ਨਾਰ ਦਾ, ਚੰਦਰੇ ਵਿਛੋੜੇ ਨੇ ਤਪਾਈਆਂ ਨਾਰ ਦਾ। ਡੁੱਬਦੀ ਬੇੜੀ ਨੂੰ ਬੰਨੇ ਲਾਏਗਾ ਕਿ ਨਾ, ਵਿਛੜਿਆਂ ਨੂੰ ਨਾਰ ਦਾ ਮਲਾਏਗਾ ਕਿ ਨਾ। ਜੀਵਨ ਅਸਾਂ ਦਾ ਤਰਕਾਰ ਜਾਪਦਾ, ਸੁਣਨਾ ਸਾਨੂੰ ਸਾਰਾ ਸੰਸਾਰ ਜਾਪਦਾ। ਉਹ ਸੁਣੀਆਂ ਨਾ ਕਿਸੇ ਨੇ ਦੁਹਾਈਆਂ ਨਾਰ ਦਾ, ਚੰਦਰੇ ਵਿਛੋੜੇ ਨੇ ਤਪਾਈਆਂ ਨਾਰ ਦਾ। ਉਜੜਿਆਂ ਨੂੰ ਮੋੜ ਕੇ ਵਸਾਏਗਾ ਕਿ ਨਾ, ਵਿਛੜਿਆਂ ਨੂੰ ਨਾਰ ਦਾ ਮਲਾਏਗਾ ਕਿ ਨਾ। ਬੁਰੀ ਭੈੜੀ ਚੰਦਰੀ ਬਿਮਾਰੀ ਲੋੜੇ ਦੀ, ਹਰ ਵੇਲੇ ਪੈਂਦੀ ਹੈ, ਹਰ ਵੇਲੇ ਪੈਂਦੀ ਰੜਕ ਵਿਛੋੜੇ ਦੀ। ਰੋਂਦੀਆਂ ਨੇ ਅੱਖੀਆਂ ਸੁਜਾਈਆਂ ਨਾਰ ਦਾ, ਵੀ ਚੰਦਰੇ ਵਿਛੋੜੇ ਨੇ ਤਪਾਈਆਂ ਨਾਰ ਦਾ। ਮੁਖੜੇ ਸੁਆਮੀਆਂ ਦਿਖਾਏਗਾ ਕਿ ਨਾ, ਵਿਛੜਿਆਂ ਨੂੰ ਨਾਰ ਦਾ ਮਲਾਏਗਾ ਕਿ ਨਾ। ਉੱਠਦੇ ਦਰਦ ਦਿਲਾਂ 'ਚੋਂ ਵਿਜੋਗ ਦੇ, ਜਾਵੇ ਨਾ ਸਰੀਰ ਦੇ ਵਿੱਚ ਇਸੇ ਰੋਗ ਦੇ। ਚਿੰਤਾ ਦੇ ਚਿਖਾ ਤੇ ਜਲਾਈਆਂ ਨਾਰ ਦਾ, ਵਿਛੜਿਆਂ ਨੇ ਇਸੇ ਚੰਦਰੇ ਵਿਛੋੜੇ ਨੇ ਤਪਾਈਆਂ ਨਾਰ ਦਾ। ਮਰਦੀਆਂ ਨੂੰ ਬਿਰਜ ਤੂੰ ਬਚਾਏਗਾ ਕਿ ਨਾ, ਵਿਛੜਿਆਂ ਨੂੰ ਨਾਰ ਦਾ ਮਲਾਏਗਾ ਕਿ ਨਾ। ਐ ਨਾਰ ਦਾ ਸਾਨੂੰ ਇਹ ਦੱਸ, ਅਸੀਂ ਤਾਂ ਭਾਲ ਭਾਲ ਕੇ ਥੱਕ ਗਿਆ, ਅਗਲਾ ਕੇ ਤਾਂ ਤੁਰ ਗਿਆ, ਕਿਤੇ ਪਾਣੀ ਪਾਉਣਾ ਵੀ ਸਿੱਖ ਲੈ। ਆ ਤੇਰੀ ਬਿਮਾਰੀ ਨੇ, ਤੇਰੇ ਰੋਗ ਨੇ, ਤੇਰੇ ਕਹੇ ਨੇ ਸਾਨੂੰ ਤੜਫਾਤਾ। ਉਹ ਨਹੀਂ ਪਤਾ, ਪਰ ਹੁਣ ਸਾਡੀ ਅਖੀਰੀ ਗੱਲ ਨਾਰ ਦਾ ਇਹ ਹੈ ਕਿ ਪਤਾ ਲੱਗਦਾ ਨਹੀਂ ਤਿੰਨਾਂ ਦਾ ਗਏ ਕਿੱਥੇ, ਕਿਹੜੀ ਘਰਾਂ ਜਾ ਕੇ ਛਿਪ ਗਏ। ਭਾਲ ਟੋਲ ਕੇ ਖੂਬ ਨਿਰਾਸ਼ ਹੋਈਆਂ। ਨਾਰਦ ਮਿਲ ਗਿਆ ਕੁਦਰਤੀ ਆਉਣੀਆਂ ਨੂੰ, ਚਰਨੀ ਡਿੱਗੀਆਂ ਤੇ ਦਾਸ ਹੋਈਆਂ। ਕਿਹੜੀ ਜਗ੍ਹਾ ਤੇ ਲੱਗੀਆਂ ਕਹਿਣ ਤਿੰਨੇ, ਐ ਨਾਰਦ ਉਹ ਕਿੱਥੇ ਵਗ ਗਏ, ਇਸ ਜਗਤ ਦੇ ਉੱਤੇ ਹਨ ਜਾਂ ਸਰੀਰ ਛੱਡ ਗਏ। ਜੇ ਤਾਂ ਉਹ ਕਾਇਮ ਨੇ ਤਾਂ ਅਸੀਂ ਇਹ ਸਰੀਰਾਂ ਨੂੰ ਰੱਖੀਏ, ਜੇ ਉਹ ਸਰੀਰ ਛੱਡ ਗਏ ਤਾਂ ਅਸੀਂ ਵੀ ਆਪਦੇ ਤਿਆਗ ਦਈਏ। ਅੱਗੋਂ ਕਹਿ ਰਚਨਹਾਰ ਹੱਸ ਕੇ ਆਖਦੇ ਨੇ, ਮੇਰੀ ਸਮਝਣ ਸੂਆ ਦੇ ਵਾਰਤ ਨੇ। ਕਹਿੰਦਾ ਦੇਵੀਓ, ਤੁਸੀਂ ਮੇਰੀ ਬੋਲੀ ਨੂੰ ਸੁਣ ਕੇ ਤੁਸੀਂ ਹਰਖ ਕੀਤਾ, ਮੈਨੂੰ ਵੀ ਬਹੁਤ ਬੁਰਾ ਬੋਲਿਆ ਤੇ ਦੇਵਤੇ ਵੀ ਤੁਸੀਂ ਉਲਝਾ ਲਏ। ਦੇਵਤੇ ਫਸ ਗਏ ਤੁਹਾਡੇ ਪ੍ਰੇਮ 'ਚ। ਮੇਰੀ ਤਾਂ ਸਮਝ ਇਹ ਹੈ ਫਿਰ ਵੀ ਉਹ ਅਨਸੂਆ ਦੇ ਦੁਆਰੇ ਨੇ। ਅਨਸੂਆ ਦੇ ਦੁਆਰੇ ਨੇ, ਹਾਂ। ਕਹਿੰਦੇ ਉੱਥੇ 3 ਗੇੜੇ ਲਾ ਆਈਆਂ ਸੀ, 3 ਗੇੜੇ ਲਾਏਂਗੇ, ਹਾਂ। ਫਿਰ ਉਹ ਤਾਂ ਆਪਦੇ ਜਵਾਕਾਂ 'ਚ ਗਲਤਾਨ ਜੇ ਹੋਈ ਬੈਠੀ ਹੈ, ਆਪਦੇ ਜਵਾਕਾਂ ਨਾਲ ਹੀ ਖੇਡੀ ਜਾਂਦੀ ਹੈ। ਕਦੇ ਉਹਨੂੰ ਹਲੂਣਾ ਦੇਣ ਲਈ, ਕਦੇ ਉਹਨੂੰ। ਤਾਂ ਐਂ ਲੱਗਦਾ ਜਿਵੇਂ ਇੱਕੇ ਰਾਤੀ ਪੈਦਾ ਹੋਏ ਹੁੰਦੇ ਨੇ ਤਿੰਨੇ, ਗੋਲ ਜੇ ਇੱਕੋ ਜਿਹੇ ਨੇ ਤਿੰਨੀ, ਗੋਲ ਮੋਲ ਜੇ। ਕਹਿੰਦਾ ਫਿਰ ਉਹ ਤੁਹਾਡੇ ਵਾਲੀ ਸੁਣਸਣੀ ਨੇ, ਜਿਹੜੇ ਉਹ ਤਿੰਨੇ ਇੱਕੋ ਜਿਹੇ ਨੇ ਗੋਲ ਮੋਲ ਜੇ, ਉਹ ਤੁਹਾਡੇ ਵਾਲੀ ਸੁਣਸਣੇ ਨੇ, ਸਾਡੇ ਵਾਲੇ। ਹਾਂ। ਕਹਿੰਦਾ ਫਿਰ ਤੁਸੀਂ ਮੇਰੀ ਗੱਲ ਦਾ ਹਰਖ ਮੰਨਿਆ ਸੀ, ਹੁਣ ਅਜਮਾ ਲਈ ਸਕਦੀ ਉਹਦੀ। ਠੀਕ ਹੈ। ਉਹ ਹੈ ਕਹਿੰਦਾ ਸਤੀ, ਤੁਸੀਂ ਫਿਰਦੇ ਐਵੇਂ ਫੁੱਲੀਆਂ ਮਾਨ ਦੇ ਵਿੱਚ। ਹੁਣ ਵੀ ਕਹਿੰਦਾ ਇੱਕ ਗੱਲ ਹੈ, ਜੇ ਲੈਣੀ ਹੈ, ਜੇ ਤਾਂ ਦਿਖਾਉਣੀ ਹੈ ਮੜਕ, ਫਿਰ ਤਾਂ ਖੁਸ਼ੀ ਜਾਇਓ। ਠੀਕ ਹੈ। ਫਿਰ ਨਹੀਂ ਮਿਲਦੇ ਭਾਵੇਂ ਜੁਗ ਬੀਤ ਜਾਣ। ਇਹ ਤੋਂ ਵੱਡੇ ਨਾ ਹੋਣ। ਇਹ ਕਮਾਲ ਦੇਖੋ ਦੀ, ਉਹ ਤਾਂ ਇੱਕ ਪਤੀ ਦੀ ਪਿਆਰੀ ਹੈ, ਤੁਸੀਂ 3 ਦੀਆਂ ਮਾਲਕੋ। ਫਿਰ ਕੀ ਕਰੀਏ ਅਸੀਂ? ਤੁਸੀਂ, ਹਾਂ, ਤੁਹਾਨੂੰ ਚੰਗਾ ਇਹ ਹੈ ਵੀ ਜੇ ਤੁਸੀਂ ਅੱਜ ਨੂੰਹਾਂ ਬਣ ਕੇ ਉਹਦੀਆਂ ਜਾ ਕੇ ਅਰਜ਼ ਕਰੋ ਨਾ, ਉਹਦੇ ਪੈਰ ਫੜ ਲਓ ਦੇਵੀ ਦੇ, ਫਿਰ ਤੁਹਾਨੂੰ ਮਿਲਣਗੇ। ਤੁਹਾਨੂੰ ਕੰਮ ਦੇਣਾ, ਤੁਹਾਡੇ ਮਠਿਆਸ ਨੇ, ਤੁਹਾਡੇ ਪਤੀ ਸਤੀ ਅਨਸੂਆ ਪਾਸ ਨੇ। ਜਾਓ ਵਗ ਜਾਓ। ਲੈਣੇ ਹੈ ਤਾਂ ਨੂੰਹਾਂ ਬਣੋ ਉਹਦੀਆਂ ਜਾ ਕੇ, ਨਹੀਂ ਲੈਣੇ ਫਿਰਦੀਆਂ ਰਹੋ। ਕਹਿੰਦੀਆਂ ਨਾਰਦਾ ਕਿਤੇ ਐਵੇਂ ਨਾ ਛੱਡਣੀ ਤੇ ਫਿਰ ਬਾਗ ਤੇਰਾ ਖਾਲੀ ਜਾਵੇ। ਕਹਿੰਦਾ ਨਾਰਦ ਦਾ ਬਾਗ ਖਾਲੀ ਜਾਊ, ਜੇ ਮੜ ਕੇ ਦਿਖਾਉਂਗੇ ਫਿਰ ਤਾਂ ਨਹੀਂ ਮਿਲਦੇ, ਫਿਰ ਨਾ ਦੇਵੇ। ਜੇ ਉਹਦੇ ਪੈਰੀਂ ਟਿਕੋਗੇ ਜਾ ਕੇ ਫਿਰ ਉਹ ਦੇ ਦੂ। ਫਿਰ ਇਹ ਵੀ ਮੇਰਾ ਕਹਿਣਾ। ਅੱਛਾ, ਹਾਂ। ਟੁੱਟੇ ਮਾਨ ਝਾਟਣ ਸੂਆ ਦੇ ਪਾਸ ਗਈਆਂ, ਪਕੜੇ ਚਰਨ ਤੇ ਨੀਵੀਆਂ ਪਾਉਂਦੀਆਂ ਨੇ। ਅੱਗੋਂ ਕਿਹਾ ਅਨਸੂਆ ਨੇ, ਕੌਣ ਹੋ ਤੁਮ?
ਕਈਆਂ ਨੂੰਹਾਂ ਤੇਰੀਆਂ ਆਖ ਬਤਾਉਂਦੀਆਂ ਨੇ, ਅੱਛਾ ਜੀ। ਮਾਂ ਤੇਰੀਆਂ ਨੂੰਹਾਂ ਕਹਿੰਦੀਆਂ ਮੇਰੀਆਂ ਨੂੰਹਾਂ ਕਿਵੇਂ, ਮੇਰੇ ਤਾਂ ਜਵਾਕ 2-2 ਮਹੀਨੇ ਦੇ ਨੇ। ਤੁਸੀਂ ਪਹਾੜਾਂ ਵਰਗੀਆਂ, ਅੱਛਾ ਜੀ। ਮੇਰੀਆਂ ਨੂੰਹਾਂ ਕਿਸ ਤਰ੍ਹਾਂ ਹੋ ਸਕਦੀਆਂ? ਕਹਿੰਦੇ ਮਾਤਾ ਜੀ ਤੇਰੀ ਹੋਈ ਸ਼ਕਤੀ ਹੈ, ਤੇਰੀ ਹੋਈ ਸ਼ਕਤੀ ਹੈ। ਉਮਾ ਰਾਮਾ ਵਧਾਤਰੀ ਨਾਮ ਸਾਡਾ, ਅਸੀਂ ਉਹ ਹਾਂ ਤਿੰਨੇ ਇਹਨਾਂ ਦੇ ਘਰੋਂ। ਫਿਰ ਹੱਥ ਜੋੜ ਕੇ ਮਾਫੀਆਂ ਚਾਹੁੰਦੀਆਂ ਨੇ, ਮਾਫੀਆਂ ਮੰਗਣੀਆਂ ਸਿੱਤੋਂ ਵੀ ਮਾਂ ਤੂੰ ਸਾਡੇ ਬੱਚਿਆਂ ਨੂੰ ਸਾਨੂੰ ਆਪਦੇ ਬੱਚਿਆਂ ਨੂੰ ਸਾਨੂੰ ਸੌਂਪ ਦੇ, ਇਹ ਸਾਡੇ ਪਤੀ ਨੇ, ਤੇਰੇ ਪੁੱਤਰ ਨੇ ਤਿੰਨੇ। ਉਹ ਕਹਿੰਦੀ ਐਸਾ ਹੋ ਤਾਂ ਸਕਦਾ ਨਹੀਂ, ਪਰ ਅੱਛਾ ਜੇ ਤੁਹਾਡੀ ਇਹ ਗੱਲ ਹੈ ਤਾਂ ਮੈਂ ਆਪਦੇ ਪਤੀ ਕੋਲ ਜਾਇਆ ਮਾਂ, ਠੀਕ ਹੈ। ਆਗਿਆ ਲਿਆ ਮਾਂ। ਉਹ ਆ ਗਈਆਂ ਤਿੰਨੇ ਆ ਕੇ ਚਰਨਾਂ 'ਚ ਡਿੱਗ ਪਈਆਂ ਸਤੀ ਅਨਸੂਆ ਦੇ ਚਰਨੀ ਡਿੱਗੀਆਂ, ਤੇ ਸਤੀ ਅਨਸੂਆ ਉਹਨਾਂ ਦੀ ਮੰਨ ਕੇ ਬਾਤ ਨੂੰ ਆਪਦੇ ਪਤੀ ਦੇ ਚਰਨੀ ਜਾ ਡਿੱਗੀ। ਅੱਛਾ ਜੀ। ਭਰ ਕੇ ਮੁੱਠੀਆਂ ਫੇਰ ਤੜਾ ਲਈ ਸਮਾਧੀ। ਕਹਿ ਦੇਵੀ ਅੱਜ ਫੇਰ ਆ ਗਈ, ਕਹਿੰਦੀ ਜੀ ਹੁਣ ਕਰਾਂਗੀ ਕਿਉਂ? ਕਹਿੰਦੀ 3 ਨੂੰਹਾਂ ਖੜੀਆਂ ਬਾਹਰ ਗਏ, ਉਹ ਸਾਡੇ ਪੁੱਤਰ ਮੰਗਣੀ ਹੈ। ਦਿਆ ਮੈਂ ਗੱਲ ਸੁਣਾ ਸੁਆਮੀ, ਨੂੰਹਾਂ ਲੈਣ ਆਈਆਂ ਸਾਡੇ ਬੱਚਿਆਂ ਨੂੰ, ਜੋ ਕੁਛ ਆਗਿਆ ਦਿਓ ਬਤਾ ਸੁਆਮੀ, ਜੋ ਤੁਹਾਡੀ ਆਗਿਆ ਹੈ ਤੁਸੀਂ ਉਹ ਦੱਸੋ, ਮੈਂ ਇਹੋ ਜਿਹਾ ਕਰ ਲਾਂ। ਅਤੇ ਉਹਨਾਂ ਨੂੰ ਦੇਵੀਆਂ ਦੀ ਰੂਹ ਖੁਸ਼ੀ ਕਰਕੇ ਤੋਰਦੇ ਹਾਂ। ਆਖੇ ਤਰੀ ਰਿਸ਼ੀ ਆਏ ਧਰਮ ਪਤਨੀ, ਜਰਾ ਸੁਣਨਾ ਮੇਰੀ ਪੁਕਾਰ ਪਿਆਰੀ, ਭਾਵੇਂ ਮਾਮਾ ਨੂੰ ਪੁੱਤਾਂ ਦੇ ਪਿਆਰ ਜ਼ਿਆਦੇ, ਪਰ ਆਪਣੇ ਨਾਲੋਂ ਉਹਨਾਂ ਦਾ ਜ਼ਿਆਦਾ ਹਤਕਾਰ ਪਿਆਰੀ। ਜਿਹੜੀਆਂ ਨੂੰਹਾਂ ਪੁੱਤ ਦਿੱਤਿਆਂ ਬਾਅਦ ਨਾ ਬਣਨ ਨੂੰਹਾਂ, ਸਾਰਾ ਜਗਤ ਪੁੱਤ ਪਹਿਲਾਂ ਦਿੰਦਾ, ਪਹਿਲਾਂ ਪੁੱਤ ਦੇ ਕੇ ਤੇ ਨੂੰਹਾਂ ਫੇਰ ਬਣਾਉਂਦੀ ਦੁਨੀਆ। ਪੁੱਤ ਦਿੱਤਿਆਂ ਬਾਅਦ ਨਾ ਬਣਨ ਨੂੰਹਾਂ, ਆਪੋ ਹੁੰਦੇ ਆਪਾਂ ਤੋਂ ਉਹਨਾਂ ਅਖਤਿਆਰ ਜ਼ਿਆਦੇ, ਆਖਰਕਾਰ ਨਿਭਾਉਂਦੀਆਂ ਸਾਥ ਨੂੰਹਾਂ ਕਰਕੇ ਵਾਅਦੇ ਕਰਦੀਆਂ ਪੂਰੇ ਸੰਸਾਰ ਦਾਰੇ। ਜਾਓ ਸੌਂਪ ਦਿਓ ਉਹਨਾਂ ਦੀ ਖੁਸ਼ੀ ਨੂੰ, ਕਰੋ ਪੂਰਾ ਕਰਕੇ ਪੁੱਤਰਾਂ ਨਾਲੋਂ ਹਤਕਾਰ ਜ਼ਿਆਦੇ। ਉਹਨਾਂ ਨੇ ਜਾ ਕੇ ਉਹਦੀ ਝੋਲੀ ਪਾ ਦੇ ਉਹਨਾਂ ਦੀ, ਉਹਨਾਂ ਨੂੰ ਕਹਿ ਦੇ ਵੀ ਚੱਕ ਲਓ ਜਿਹੜਾ ਤੁਹਾਡਾ ਹੈਗਾ, ਸਿਆਣ ਕੇ ਲੈ ਲਓ ਭਾਈ। ਅਤਰੀ ਰਿਸ਼ੀ ਨੇ ਕਿਹਾ, ਕਹਿੰਦਾ ਦੇਵੀ ਮਾਵਾਂ ਨੂੰ ਪੁੱਤਾਂ ਦੇ ਪਿਆਰ ਬਹੁਤ ਹੁੰਦੇ, ਪਰ ਇੱਕ ਗੱਲ ਹੈ ਇਹਦੇ 'ਚ ਦੁਨੀਆਦਾਰੀ ਹੈ। ਪੁੱਤਾਂ ਖਾਤਰ ਦੁਨੀਆ ਖੂਹੀ ਟੋਭੀ ਪੈਂਦੀ ਫਿਰਦੀ ਹੈ, ਬੋੜਾਂ ਪਿੱਪੜਾਂ 'ਚ ਪਾਣੀ ਪਾਉਂਦੀ ਫਿਰਦੀ ਹੈ, ਈਰ ਪਖੀਰਾਂ ਨੂੰ ਦੁਨੀਆ ਮਨਾਉਂਦੀ ਫਿਰਦੀ ਹੈ। ਪੁੱਤਰ ਜਿਹੜੇ ਹੁੰਦੇ ਨੇ ਕਿ ਮਾਪਿਆਂ ਦਾ ਕਲਪ ਬ੍ਰਿਕਸ਼ ਹੁੰਦੇ ਨੇ। ਇਹ ਪੁੱਤਰਾਂ ਬਿਨਾਂ ਜਗਤ ਨਹੀਂ ਵੱਧਦਾ ਫੁੱਲਦਾ, ਇਹ ਇੱਥੇ ਹੀ ਖੜਾ ਰਹੂ। ਜੇ ਪੁੱਤ ਨਹੀਂ ਨੂੰਹਾਂ ਨਹੀਂ ਤਾਂ ਫਿਰ ਜਗਤ ਕਿੱਥੋਂ ਫੁੱਲੂ? ਇਹ ਜਗਤ ਦੀ ਜਿਹੜੀ ਰਚਨਾ ਹੈ, ਰਚਨੀ ਹੈ ਪੁੱਤਾਂ ਨੂੰਹਾਂ ਨਹੀਂ ਰਚਣੀ ਹੈ, ਇਹਨਾਂ ਨੇ ਪਸਾਰਾ ਕਰਨਾ ਜਗਤ ਦਾ। ਫਿਰ ਕਦੇ ਜਿਹੜੇ ਆਪਾਂ ਪਾਲਣਾ ਕਰਦੇ ਹਾਂ ਬੱਚਿਆਂ ਦੀ, ਆਪਾਂ ਕਾਹਦੇ ਵਾਸਤੇ ਪਾਲਣਾ ਕਰਦੇ ਹਾਂ? ਪਾਲਣਾ ਆਪਾਂ ਇਹ ਕਰਦੇ ਹਾਂ ਵੀ ਸਾਡੇ ਬੱਚੇ ਉਡਾਰ ਹੋ ਜਾਣ, ਸਾਡੇ 'ਤੇ ਆਊਗਾ ਦੇਖ ਵਡੇਪਾ। ਜਦੋਂ ਵਡੇਪਾ ਆ ਗਿਆ ਫਿਰ ਅਸੀਂ ਤਾਕਤੇ ਹੋ ਜਾਵਾਂਗੇ, ਸਾਡੀ ਤਾਕਤ ਖਤਮ ਹੋ ਜੂ, ਸਾਡੀ 'ਚ ਉੱਠਣ ਬੈਠਣ ਦੀ ਤਾਕਤ ਨਹੀਂ ਰਹਿਣੀ। ਰੋਟੀ ਸਾਨੂੰ ਕਿਹਨੇ ਦੇਣੀ ਹੈ? ਬੱਚਿਆਂ ਨੇ। ਸਾਡੀ ਧੁੱਪੇ ਛਾਵੇਂ ਮੰਜੀ ਕਿਹਨੇ ਕਰਨੀ ਹੈ? ਬੱਚਿਆਂ ਨੇ। ਸਾਨੂੰ ਪਾਣੀ ਕਿਹਨੇ ਦੇਣਾ? ਬੱਚਿਆਂ ਨੇ। ਅਤੇ ਗਤੀ ਬੱਚਿਆਂ ਤੋਂ ਬਿਨਾਂ ਗਤੀ ਦਾ ਹੱਕਦਾਰ ਨਹੀਂ ਬੰਦਾ। ਗਤੀ ਮਿਲੂਗੀ ਤਾਂ ਬੱਚਿਆਂ ਨਾਲ ਮਿਲੂਗੀ। ਪਰ ਮੇਰਾ ਕਹਿਣ ਦਾ ਮੇਰੇ ਤੋਂ ਜਿਹੜਾ ਤੂੰ ਪੁੱਛਣਾ ਹੀ ਹੈ, ਹੋਰ ਕੋਈ ਕਮੀ ਤਾਂ ਨਹੀਂ? ਕਹਿੰਦੀ ਕਮੀ ਕੋਈ ਨਹੀਂ। ਉਹ ਹੁਣ ਤੇ ਆਪਦੇ ਨਾਂ ਦੱਸਦੀਆਂ ਨੇ ਉਹ ਦੇਵੀਆਂ ਵੀ ਉਮਾ ਰਮਾ ਵਧਾਤਰੀ, ਆਹ 3 ਦੇਵੀਆਂ ਉਹਨਾਂ ਦੇਵੀਆਂ ਦੇ ਨਾਮ ਨੇ। ਉਹ ਨੂੰਹਾਂ ਬਣੀਆਂ ਖੜੀਆਂ ਨੇ। ਕਹਿੰਦਾ ਫਿਰ ਨੂੰਹਾਂ ਦਾ ਹੱਕਦਾਰ ਆਪਣੇ ਨੂੰ ਜ਼ਿਆਦੇ ਨੇ। ਦੁਨੀਆ ਦੇ ਵਾਅਦੇ ਕਰੀਏ ਨੂੰਹਾਂ ਹੀ ਪਾਰ ਲਾਉਣਗੀਆਂ, ਆਪਾਂ ਨਹੀਂ ਲਾ ਸਕਦੇ। ਆਪਣਾ ਇਸ ਗੱਲ ਬਦਲੇ ਆਪਾਂ ਤੋਂ ਹੱਕਦਾਰ ਜ਼ਿਆਦੇ ਉਹ ਨੇ। ਇਹ ਪੁੱਤ ਦੇਣੇ ਜ਼ਰੂਰੀ ਹੈ ਆਪਣੇ ਵਾਸਤੇ, ਬਿਨਾਂ ਪੁੱਤ ਦਿੱਤਿਆਂ ਤੋਂ ਨੂੰਹ ਨਹੀਂ ਬਣਦੀ। ਜੇ ਪਹਿਲਾਂ ਪੁੱਤਰ ਦੇਵਾਂਗੇ ਨੂੰਹਾਂ ਫਿਰ ਬਣਨਗੀਆਂ। ਫਿਰ ਕਿਉਂ ਤੜਕਾ ਕਰਦੀਆਂ ਚਿੱਤ ਦੇ ਵਿੱਚ? ਜਾ ਮੇਰਾ ਤਾਂ ਬਚਨ ਇਹ ਹੈ, ਤੂੰ ਆਪਦੇ ਉਹ ਜਿਹੜਾ ਤੂੰ ਪਿਆਰ ਆਪਦੇ ਬੱਚਿਆਂ ਨਾਲ ਕਰਦੀ ਹੈ, ਉਦੋਂ ਵੱਧ ਪਿਆਰ ਕਰ ਉਹਨਾਂ ਨਾਲ ਜਾ ਕੇ, ਉਹਨਾਂ ਦੀ ਖੁਸ਼ੀ ਨੂੰ ਪੂਰੀ ਕਰ ਜਾ ਕੇ। ਉਹਨਾਂ ਦੀ ਖੁਸ਼ੀ ਜਦੋਂ ਪੂਰੀ ਹੋ ਗਈ ਉਹਨਾਂ ਨੂੰ ਸੌਂਪ ਦੀ ਵੀ ਚੱਕ ਲਓ ਭਾਈ ਦਿੱਤੇ ਮੈਂ। ਕਹਿੰਦੀ ਬਹੁਤ ਅੱਛਾ ਜੀ। ਫਿਰ ਉਹ ਤਾਂ ਇੱਕ ਗੱਲ ਹੋਰ ਕਹਿੰਦੀਆਂ ਨੇ ਕਿ
ਮੈਂ ਕਿਹਾ ਸੀ ਉਹਨਾਂ ਨੂੰ, ਕੀ ਆਖਿਆ ਸੀ? ਕਹਿੰਦੀ ਮੈਂ ਆਖਿਆ ਵੀ ਜਿਹੜਾ ਤੁਹਾਡਾ ਹੈਗਾ ਭਾਈ ਸਿਆਣ ਲਓ। ਅੱਛਾ ਜੀ। ਕਹਿੰਦੀ ਉਹ ਤਿੰਨੇ ਸੁਣ ਹੋ ਕੇ ਖੜ ਗਈਆਂ। ਕਹਿੰਦੀ ਮੈਂ ਆਖਿਆ ਗੱਲ ਕੀ ਹੈ ਵੀ ਇਹੀ ਥੋੜੀ ਸਕੀਰੀ ਹੋਊ ਫਿਰ, ਹਾਂ ਜਿਹੜੀਆਂ ਆਪਦੇ ਨੂੰ ਸਿਆਣ ਹੀ ਨਹੀਂ ਸਕਦੀਆਂ। ਜਿਹੜਾ ਤੁਹਾਡਾ ਹੈਗਾ ਸਿਆਣੋ, ਮੈਂ ਫਿਰ ਪਤੀ ਦੀ ਆਗੇ ਤੇ ਆਉਣੀ ਹੈ ਹਾਂ ਲੈ ਕੇ ਅੱਗੇ। ਮੈਂ ਤਾਂ ਤੁਹਾਡੇ ਕੋਲ ਆਈ ਹਾਂ, ਤਾਂ ਚੁੱਪ ਹੋਈਆਂ ਖੜੀਆਂ ਨੇ ਸੁਣ ਹੋਈਆਂ। ਉਹ ਕੀ ਫਿਰ ਕਹਿੰਦੀਆਂ ਵੀ ਕੁਛ ਹੋਣਗੀਆਂ? ਕਹਿੰਦੀਆਂ ਐਂ ਕਹਿੰਦੀਆਂ ਨੇ ਵੀ ਜਿਹੇ ਜੇ ਤੇਰੇ ਕੋਲ ਆਏ ਤੇ ਉਹੋ ਜਿਹੇ ਬਣਾ ਦੇ, ਵੀ ਐਂ ਤਾਂ ਹੱਥ ਅਸੀਂ ਲਾ ਨਹੀਂ ਸਕਦੀਆਂ। ਇਹ ਤਾਂ ਤਿੰਨੇ ਗੋਲੂ ਜੇ ਹੁਣ ਇੱਕੋ ਜਿਹੇ ਨੇ। ਜੇ ਸਾਡਾ ਕਿਸੇ ਨੂੰ ਹੋਰ ਹੱਥ ਲੱਗ ਗਿਆ ਮਾਤਾ, ਸਾਡਾ ਜੱਸਾ ਜਾਊ, ਖਤਮ ਹੋਊ। ਤੇ ਤੂੰ ਜੇ ਸਾਡੀ ਕਿਰਪਾ ਕਰ, ਪਰ ਮਾਤਾ ਜੀ ਅਸੀਂ ਭੇਜੇ ਤਾਂ ਤੇਰੀ ਪਰਖ ਵਾਸਤੇ ਤੇ ਤੈਨੂੰ ਹੁਣ ਸਾਫ ਸੁਣਾ ਦਿਆਂ ਅਸੀਂ ਬੇਈਮਾਨ ਤੀਆਂ ਵੀ ਸਾਥੋਂ ਤੋਂ ਕਹਿ ਗਿਆ ਨਾਰਦ, ਹਾਂ ਪਰ ਸਾਡੀ ਪਰਖ ਹੋ ਗਈ, ਤੇਰੀ ਤਾਂ ਨਹੀਂ ਹੋਈ ਅਜੇ। ਪਰਖ ਤਾਂ ਸਾਡੀ ਹੋ ਗਈ। ਹਾਂ ਅਸੀਂ ਵਾਸਤੇ ਰੱਬ ਦੇ ਜਿਹੜੀਆਂ ਨੂੰਹਾਂ ਬਣੀਆਂ ਵੀ ਤਾਂ ਹੀ ਖੜੀਆਂ, ਸਾਨੂੰ ਸੌਂਪ ਦੇ ਪਿਆਰ ਕਰਕੇ। ਅੱਛਾ ਬੇਟਾ, ਹਾਂ ਫਿਰ ਹੁਣ ਤੁਸੀਂ ਨਹੀਂ ਸਿਆਣ ਸਕਦੀਆਂ? ਇਹ ਨਾ ਕਹਿੰਦੀ ਫਿਰ ਪਤੀ ਵਰਤਾ ਦੇ ਅਸੂਲ ਕਿੱਥੇ ਨੇ ਤੁਹਾਡੇ ਕੋਲ? ਪਤੀ ਵਰਤਾ ਦੇ ਜਿਹੜੇ ਅਸੂਲ ਆ ਉਹ ਤੋਂ ਬੜੇ ਬੱਚੇ ਤਗੜੇ ਹੈ। ਉਹਨਾਂ ਅਸੂਲਾਂ ਦੇ ਵਿੱਚ ਕਾਇਮ ਹੋਵੋ। ਜੇ ਤੁਹਾਡੇ ਦਿਲ ਦੇ ਵਿੱਚ ਮਾਨ ਇਹ ਹੈ ਵੀ ਅਸੀਂ ਤਿੰਨੇ ਹਰਤਾ ਕਰਤਾ ਦੇ ਘਰੋਂ ਆ, ਤਿੰਨੇ ਦੇਵੀਆਂ ਜਗਤ ਨੂੰ ਪੈਦਾ ਕਰਨ ਵਾਲੀਆਂ, ਪਰ ਤੁਹਾਡੇ ਕੋਲ ਅਸੂਲ ਨਹੀਂ ਹਨ ਵੀ ਪਤੀ ਵਰਤਾ ਦੇ ਕੀ ਅਸੂਲ ਹੁੰਦੇ ਨੇ। ਪਤੀ ਵਰਤਾ ਦੇ ਅਸੂਲ ਇਹ ਹੁੰਦੇ ਆ, ਕਹਿੰਦੀ ਜਿਹੜੀ ਨਾਰੀ ਪਤੀ ਵਰਤਾ ਹੈ ਦੁਨੀਆ ਦੇ ਵਿੱਚ, ਉਹਦੇ ਨੇੜੇ ਨਾ ਤਾਂ ਲੱਗੇ ਭੂਤ, ਨਾ ਲੱਗੇ ਪ੍ਰੇਤ, ਨਾ ਕਿਸੇ ਸ਼ੇਰ ਵਗੈਰੇ ਦੀ ਤਾਕਤ ਉਹਦੇ ਨੇੜੇ ਆ ਜਾਣ ਦੀ। ਜਿਹੜੀ ਆਪਦੇ ਪਤੀ ਦੇ ਉੱਤੇ ਕਾਇਮ ਹੈ, ਜਿਹੜੀ ਪਤੀ ਨੂੰ ਖੁਸ਼ ਰੱਖਣ ਵਾਲੀ ਹੈ, ਉਹ 'ਤੇ ਕੋਈ ਦੁਨੀਆ ਭਰ ਦੀ ਆਫਤ ਨਾ ਡਿੱਗੂ। ਜਿਹੜੀ ਕੇਵਲ ਆਪਦੇ ਪਤੀ ਨੂੰ ਪਤੀ ਹੋ ਜਾਣਨ ਵਾਲੀ ਹੈ, ਉਹ ਸਮਝੇ ਵੀ ਆ ਜਹਾਨ ਹੈ ਜਿਹੜਾ, ਇਹ ਤਾਂ ਮੈਂ ਕੁੜੀਆਂ ਦਾ ਫਿਰਦਾ ਹੈ। ਇਹ ਪਤੀ ਹੈ ਤਾਂ ਮੇਰਾ ਪਤੀ ਹੈ, ਜਵਾਨ ਹੈ ਤਾਂ ਇਹੀ ਹੈ। ਬਾਕੀ ਇਹ ਗੱਲ ਹੋਰ ਵੀ ਹੈ, ਬੀਬੀਆਂ ਭੈਣਾਂ ਨੂੰ ਮੈਂ ਬੇਨਤੀ ਕਰਦਾ। ਹੁਣ ਕੋਈ ਤਾਂ ਕਹਿੰਦੀ ਮੈਂ ਸਾਧਣੀ ਬਣ ਜਾ, ਕੋਈ ਕਹਿੰਦੀ ਸਿੱਖਣੀ ਬਣ ਜਾ। ਇਹਦੇ ਵਿੱਚ ਕੁਛ ਨਹੀਂ, ਤੁਹਾਡਾ ਅਧਿਕਾਰ ਨਹੀਂ ਤੇਰਾ। ਪਹਿਲਾਂ ਤਾਂ 10 ਪਾਤਸ਼ਾਹ ਹੋਏ ਨੇ, ਕਿਸੇ ਨੇ ਕਿਹਾ ਨਹੀਂ ਵੀ ਚੇਲੀ ਬਣ ਗਈ ਇਸਤਰੀ ਨੂੰ ਚੇਲੀ ਬਣਾਓ। ਅਸੀਂ ਤਾਂ ਚੇਲੇ ਤੁਹਾਡੇ ਆ, ਤੁਹਾਡੇ ਜੰਮੇ ਆ, ਗੁਰੂ ਨਾਨਕ ਤੋਂ ਲਾ ਕੇ 10ਵੇਂ ਪਾਤਸ਼ਾਹ ਤੱਕ। ਇਹ ਜਵਾਬ ਹੈ ਤੁਹਾਡੇ ਵਾਸਤੇ, ਕੋਈ ਅੰਮ੍ਰਿਤ ਨਹੀਂ। ਉਹਨਾਂ ਨੇ ਆਪਦੀਆਂ ਨੂੰ ਨਹੀਂ ਛਕਾਇਆ ਤੁਹਾਨੂੰ। ਜੇ ਉਹ ਛਕਾਉਣ ਦੇ ਲਾਇਕ ਹੁੰਦੇ ਤਾਂ ਉਹ ਆਪਦੀਆਂ ਨੂੰ ਵੀ ਛਕਾਉਂਦੇ। ਉਹਨਾਂ ਦਾ ਸਭ ਦਾ ਜਵਾਬ ਹੈ ਵੀ ਨਹੀਂ। ਇਹ ਤਾਂ ਉਹਨਾਂ ਨੇ ਇੱਕ ਆਪਦੀ ਬਾਣੀ ਦੇ ਵਿੱਚ ਸ਼ਲੋਕ ਵੀ ਲਿਖਿਆ 10ਵੇਂ ਪਾਤਸ਼ਾਹ ਨੇ, ਪਹਿਲੇ ਪੌਲ ਚਰਨਨ ਕੇਰੀ ਸ੍ਰੀ ਮੁਖ ਬਾਕ ਪਾਤਸ਼ਾਹੀ 10। ਪਹਿਲੇ ਪੌਦ ਚਰਨਨ ਕੇਰੀ ਹੋਏ ਸੇਵਕੀ ਪ੍ਰੀਤ ਵਡੇਰੀ। ਅਬ ਗੁਰੂ ਮਨ ਰਣ ਰਿਪੂ ਖਾਪਾ ਖੰਡੇ ਪੌਲ ਸੁਕੀਆ ਛਾਪਾ। ਹੋਏ ਪੌਲ ਤੇ ਚਾਰ ਪਦਾਰਥ ਨਰ ਤਨ ਸਿੱਖ ਕੋ ਬਣੇ ਸਿਖਾਰਤ। ਉਹਨਾਂ ਦੇ ਆਪ ਦੇ ਆਲੇਖ ਹੈ। ਇਹ 10ਵੇਂ ਪਾਤਸ਼ਾਹ ਦੇ ਸਿਰੇ ਤੇ ਜਾ ਕੇ 5ਵੇਂ ਪਾਤਸ਼ਾਹ ਨੇ ਲਿਖਿਆ ਬਾਣੀ ਦੇ ਵਿੱਚ ਸ਼ਲੋਕ ਪੜ੍ਹ ਲਿਓ ਜੇ ਕਿਸੇ ਨੂੰ ਕੋਈ ਪਤਾ ਲੱਗੂਗਾ। ਉੱਥੇ ਕੀ ਲਿਖਿਆ ਹੈ? ਸੀਲ ਸੰਜਮ ਪਤੀ ਆਗਿਆ ਮਨ, ਤਿਸ ਨਾਰੀ ਕੋ ਦੁੱਖ ਨਾ ਜਮਾਨ। ਕਹੋ ਨਾਨਕ ਜਿਸਨੇ ਪ੍ਰਭੂ ਪੀਓ ਪਰਮੇਸ਼ਰ ਘਰ ਜਾਣਿਆ, ਧਨ ਸਤੀ ਦਰਗਾਹ ਪ੍ਰਮਾਨਿਆ। ਇਹ 5ਵੇਂ ਪਾਤਸ਼ਾਹ ਦੀ ਬਾਣੀ ਦੇ ਵਿੱਚ ਸ਼ਲੋਕ ਹੈ। ਸਭ ਦੇਵੀਓ, ਇਹ ਤੁਹਾਡੇ ਅੱਗੇ ਮੈਂ ਤਾਂ ਕਹਿਣ ਵਾਲਾ, ਮੈਂ ਸੱਚੀ ਗੱਲ ਕਹਿਣੋਂ ਹਟਦਾ ਨਹੀਂ। 6 ਸ਼ਾਸਤਰ, 4 ਵੇਦ, 18 ਪੁਰਾਣ, ਗੁਰੂਆਂ ਦੀ ਬਾਣੀ, ਇਹਨਾਂ ਵਿੱਚ ਕਿਤੇ ਤੁਹਾਨੂੰ ਗੁਰੂ ਧਾਰਨਾ ਨਹੀਂ ਲਿਖਿਆ। ਤੁਸੀਂ ਗੁਰੂ ਸਾਰੇ ਜਗਤ ਦੀਆਂ ਹੋ। ਤੁਹਾਨੂੰ ਤੁਸੀਂ ਕਿਹਦੀਆਂ ਚੇਲੀਆਂ ਬਣੋਗੀਆਂ? ਤੁਸੀਂ ਚੇਲੀਆਂ ਇੱਕ ਆਪ ਤੋਂ ਵੱਡੀ ਦੀ ਚੇਲੀ ਬਣ ਸਕਦੀ ਹੈ, ਜਿਹੜੀ ਤੁਹਾਨੂੰ ਸਿੱਖਿਆ ਦੇਵੇ ਪਤੀ ਧਰਮ ਦੀ, ਵੀ ਸਾਡਾ ਪਤੀ ਧਰਮ ਹੈ।
ਸ਼ਾਸਤਰ 6 ਨੇ। ਜਿਹੜਾ ਧਰਮ ਸ਼ਾਸਤਰ ਹੈ ਉਹ ਤੁਹਾਡਾ ਹੀ, ਤੁਹਾਡਾ ਕਲੀਆਂ ਦੇ, ਉਹ 'ਚ ਤੁਹਾਡਾ ਹੀ ਗਿਆਨ ਹੈ, ਔਰਤਾਂ ਦਾ ਹੀ। ਫਿਰ 10ਵੇਂ ਪਾਤਸ਼ਾਹ ਫਿਰ ਦੁਬਾਰੇ ਕਹਿੰਦੇ ਨੇ, ਸ੍ਰੀ ਮੁਖ ਬਾਖ ਪਾਤਸ਼ਾਹੀ 10, ਨਾਰੀ ਨਰ ਕਾ ਸਰੀਰ ਹੈ, ਪੁਰਖ ਬਿਨਾ ਕਹਿ ਕਾਮ, ਸਦਗਤ ਦਾਤਾ ਪੁਰਖ ਹੈ, ਅਬਰ ਨਾ ਦਾਤਾ ਰਾਮ। ਕਹਿੰਦਾ ਤੁਹਾਡੀ ਬਾਂਹ ਤਾਂ ਫੜ ਕੇ ਜੇ ਰਾਮ ਲੈ ਕੇ ਜਾਵੇ ਸੱਚਖੰਡ 'ਚ, ਉਹਨੂੰ ਵੀ ਡੰਡਿਆਂ ਵਾਲੇ ਪੁੱਠਾ ਮੋੜ ਦੇਣਗੇ ਵੀ ਲੈ ਜਾ ਇੱਧਰ ਜਿੱਧਰੋਂ ਲੈ। ਇੱਥੇ ਦੀ ਸੀਟ ਨਹੀਂ, ਸੱਚਖੰਡ ਦੇ ਵਿੱਚ ਸੀਟ ਮਿਲੂ ਤੁਹਾਡੀ ਪਤੀ ਦੀ ਸੇਵਾ ਤੋਂ। ਜਿੰਨੀ ਪਤੀ ਦੀ ਸੇਵਾ ਕਰ ਲਓਗੀਆਂ ਉਨਾ ਹੀ ਤੁਸੀਂ ਫਲ ਪਾ ਲਓਗੀਆਂ। ਮੇਰੇ ਕੋਲ ਤਾਂ ਬੇਟਾ ਇਹ ਸੱਚੀ ਕਹਾਣੀ ਤਾਂ ਇਹ ਹੈ। ਉਹ ਰਿਸ਼ੀ ਅਤਰੀ ਨੇ ਕਿਹਾ, ਕਹਿੰਦਾ ਇਹ ਧਰਮ ਪਤਨੀ ਜਾ ਕੇ ਉਹਨਾਂ ਨੂੰ ਸਿੱਖਿਆ ਦੇ, ਉਹਨਾਂ ਨੂੰ ਕਰ ਗਿਆਨ ਦੇ ਵੀ ਨਾ ਤੁਹਾਨੂੰ ਕਿਸੇ ਭੇਖ ਦੀ ਤੋਰ ਧਰਨ ਦੀ ਲੋੜ ਹੈ, ਚਾਹੇ ਤੁਸੀਂ ਸਾਧਨਾ ਵੇਈਆਂ ਗਈਆਂ ਚਾਹੇ ਸਿੱਖਣਾ ਵੇਈਆਂ ਗਈਆਂ, ਪਰ ਉਸੇ ਦੀ ਸੇਵਾ ਕਰੋ, ਤੁਹਾਡਾ ਅੰਮ੍ਰਿਤ ਉਹ ਹੈ। ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਜਾਂ ਤਾਂ ਲੱਗੂਗਾ ਭਗਤ ਨਾਲ ਅਤੇ ਜਾਂ ਲੱਗੂਗਾ ਇਸਤਰੀ ਨਾਲ। ਤੀਜੇ ਥਾਂ ਇਹ ਸ਼ਬਦ ਹੀ ਨਹੀਂ ਲੱਗਦਾ। ਤੁਸੀਂ ਪੜ੍ਹ ਕੇ ਦੇਖੋ, ਪਤੀ ਪਰਮੇਸ਼ਰ, ਪਤੀ ਈਸ਼ਰ, ਪਤੀ ਪਤਨੀ, ਭਗਤ ਭਗਵਾਨ। ਮੈਨੂੰ ਚੌਥੇ ਥਾਂ ਜੋੜ ਕੇ ਦਿਖਾਓ ਕਿੱਥੇ ਜੁੜੂਗਾ। ਜਾਂ ਜਗਤਪਤੀ, ਇਹਦਾ ਸਾਰੇ ਜਗਤ ਦੇ ਪਤੀ ਹੈ। ਇਹ ਤੁਹਾਨੂੰ ਜਿਹੜਾ ਉਲਟ ਗਿਆਨ ਦਿੱਤਾ ਨਾ, ਤੁਸੀਂ ਇੱਕ ਦੂਜੀ ਦੇ ਮਗਰ ਲੱਗ ਕੇ ਆਪਦੀਆਂ ਕਰਦੀਆਂ, ਇਹ ਚੀਜ਼ ਨੇ ਤੁਹਾਨੂੰ ਪਾਰ ਨਹੀਂ ਲਾਉਣਾ ਭੈਣੋ ਮਾਜਿਓ। ਮੈਂ ਤਾਂ ਸਿੱਧੀ ਗੱਲ ਕਹਿਣਾ, ਮੈਂ ਜੋ ਕੁਛ ਗੁਰੂਆਂ ਤੋਂ ਗਿਆਨ ਲਿੱਤਾ ਉਹ ਤੁਹਾਡੇ ਮੈਂ ਅੱਗੇ ਹਾਜ਼ਰ ਕੀਤਾ, ਇਸ ਨੂੰ ਸਵੀਕਾਰ ਕਰਨਾ। ਪਰ ਆਪਦੇ ਪਰਮੇਸ਼ਰ ਤੋਂ ਬਿਨਾਂ 6ਵੇਂ ਪਾਤਸ਼ਾਹ ਨੂੰ ਸ਼ਾਹਜਹਾਨ ਨੇ ਆਪਦੀਆਂ ਔਰਤਾਂ ਪਰਖਣ ਤੋਰੀਆਂ, ਬੇਗਮਾਂ ਪਰਖਣ ਤੋਰੀਆਂ ਕਿ ਜਾਓ ਉਹਦਾ ਪਤਾ ਲਓ ਕਿ ਵਾਕਈ ਪਾਤਸ਼ਾਹ ਕਿ ਜਾਂ ਦੁਨਿਆਵੀ ਬੰਦਾ ਕੋਈ ਪਖੰਡ ਕਰਦਾ। ਉਹ ਪਹਿਨ ਪਚਰ ਕੇ ਗਈਆਂ, ਆਪਦੇ ਹਾਵ ਭਾਵ ਕਰਕੇ ਪਰੀਆਂ ਦੇ ਜੈਸੇ ਰੂਪ ਬਣਾ ਕੇ ਗਈਆਂ। ਤਾਂ ਜਾ ਕੇ ਸਿੱਖਾਂ ਨੂੰ ਅਰਜ਼ ਕੀਤੀ ਵੀ ਅਸੀਂ ਪਾਤਸ਼ਾਹ ਨੂੰ ਮਿਲਣਾ। ਜਾ ਕੇ 6ਵੇਂ ਪਾਤਸ਼ਾਹ ਨੂੰ ਅਰਜ਼ ਕੀਤੀ, ਮਹਾਰਾਜ ਬੇਗਮਾਂ ਆਈਆਂ, ਤੁਹਾਡੇ ਦਰਸ਼ਨ ਕਰਨ ਆਈਆਂ, ਆ ਜਾਣ ਦਿਓ ਬੇਟਾ, ਭੇਜ ਦਿਓ। ਗਈਆਂ, ਉਹ ਜਾ ਕੇ ਬੈਠੀਆਂ। ਉਹ ਤਾਂ ਹੁਣ ਹਲਾਉਣ ਗਈਆਂ ਸੀ ਉਹਦੀ ਬਿਰਤੀ। ਉਹ ਕਹਿੰਦਾ ਆਓ ਪੁੱਤਰੀ ਬੈਠੋ, ਉਹਨੇ ਪੁੱਤਰੀ ਕਹਿ ਕੇ ਬਹਾਈਆਂ। ਉਹ ਜਦੋਂ ਗੱਲਾਂ ਤੋਰੀਆਂ ਉਹਨਾਂ ਨੇ, ਉਹ ਕਹਿੰਦੇ ਨਹੀਂ, ਸਿਰ ਮਾਰਿਆ 6ਵੇਂ ਪਾਤਸ਼ਾਹ ਨੇ। ਉਹਨਾਂ ਨੇ ਜਵਾਬ ਦਿੱਤਾ ਕਿ ਕਹਿੰਦੇ ਆਪਣਾ ਭਰਤਾ ਸਮਝ ਖੁਦਾ ਹੈ। ਐ ਦੇਵਿਓ, ਉਹਨੂੰ ਖੁਦਾ ਕਰਕੇ ਮੰਨੋ ਜਿਹੜਾ ਤੁਹਾਡਾ ਭਰਤਾ ਹੈ। ਆਪਣਾ ਭਰਤਾ ਸਮਝ ਖੁਦਾ ਹੈ, ਨਿਸ ਦਿਨ ਤਿਨ ਕੀ ਸੇਵ ਕਮਾਈ। ਇਹ ਉਹਨਾਂ ਦੇ ਗੁਰਬਲਾਸ ਦੇ ਵਿੱਚ ਹੈ 6ਵੇਂ ਪਾਤਸ਼ਾਹ ਦੀ ਚੁਪਾਈ। ਨਿਸ ਦਿਨ ਤਿਨ ਕੀ ਸੇਵ ਕਮਾਈ ਔਰ ਜਗਤ ਫਲ ਕੋਈ ਜਾਨ ਨਹੀਂ, ਬੇਗਮ ਸੁਣ ਜਲੰਧਰ ਸੁਖੀ ਤਨ ਮਾਹੀ। ਜਦੋਂ ਇਹ ਗਿਆਨ ਦਿੱਤਾ ਉਹਨਾਂ ਬੇਗਮਾਂ ਨੇ ਜਾ ਕੇ ਜਹਾਂਗੀਰ ਨੂੰ ਦੱਸਿਆ, ਕਹਿੰਦੇ ਮਹਾਰਾਜ ਉਹ ਤਾਂ ਵਾਕਈ ਰੱਬ ਦਾ ਅਵਤਾਰ।